जय भीम, नमो बुद्धाय, जय गुरुदेव। सांझियां विचारां विच आप जी का स्वागत है। थोड़ी बहुत मेहरबानी। बहुत सारे सज्जन कॉल करते हैं और जानकारी लेंदे हैं कांशी टी बारे, सारे प्रोग्राम बारे गल करते हैं, इसलिए मैं सारे यार दोस्तों धन्यवाद करता हाँ। अज जो असीं गल करनी है, जिते तुसीं विचार साझे करने हैं, जिहदे नाल विचार असीं तुहाडे नाल साझे करने हैं, वो है कि इस पूरे हफ्ते दे विच एक बड़ी महत्वपूर्ण खबर आई है, जे तो पूरी दुनिया नूं बहुत आसां हैं। कोरोना वायरस का जां इह कहो कोविड-19 का जिहड़ा इलाज है, इहदे बारे एक वैक्सीन बनाई गई है, जिहड़ी तैयार हो गई है और उस तो बहुत सारी आसां हैं। जिन्ने भी उहदे टैसट होए हैं, जिहड़ी परसेंटेज कड्ढी आ बनाउण वालियां ने, वो है कि भी 94.5 ये परसेंटेज आ जिहड़े कि उतों रिकवर होने दे पॉसिबिलिटी हैगी आ। मुमकिन है कि इन्ने परसेंटेज लोग ठीक होण। हले बेशक ये बहुत अर्ली है किसी गल नूं डेफिनेट कर देना, पक्का कर देना, जां ਉਹਦੇ ਦਾ ਇਫੈਕਟ ਕੀ ਹੋਊਗਾ, ਕਿੰਨਾ ਲਾਉਣਾ ਟੀਕਾ, ਜਾਂ ਕਿਹਦੇ ਲੱਗਣਾ, ਪਹਿਲਾਂ ਕਿਹਦੇ ਲੱਗਣਾ, ਜਾਂ ਏਜ ਕੀ ਹੋਣੀ ਚਾਹੀਦੀ ਹੈ, ਬੰਦੇ ਦੀ ਸਿਹਤ ਪਹਿਲਾਂ ਕਿੱਦਾਂ ਦੀ ਹੋਣੀ ਚਾਹੀਦੀ ਆ, ਕਿਉਂਕਿ ਬਹੁਤ ਸਾਰੇ ਜਿਹੜੇ ਇਸ਼ੂ ਹੈਗੇ ਆ, ਇਹ ਹੱਲੇ ਇਹਨਾਂ ਦਾ ਰਿਜ਼ਲਟ ਆਉਣਾ ਬਾਕੀ ਹੈ। ਅਤੇ ਕਿਉਂਕਿ ਇਹ ਦੇਖਣਾ ਹੁੰਦਾ ਕਿ ਟੀਕਾ ਲਾਉਣ ਤੋਂ ਪਹਿਲਾਂ ਬੰਦੇ ਦੀ ਸਿਹਤ ਕਿਹੋ ਜਿਹੀ ਆ, ਉਹਦੀ ਉਮਰ ਕੀ ਆ, ਉਹਦੀ ਜਨਰਲ ਤੌਰ 'ਤੇ ਉਹ ਕਿਹੜੀਆਂ ਦਵਾਈਆਂ ਖਾਂਦਾ, ਉਹ ਸਾਰੀਆਂ ਗੱਲਾਂ ਕਾਊਂਟ ਕਰਦੀਆਂ। ਇਹਦੇ 'ਤੇ ਹਾਲੇ ਕੋਈ ਅਫੀਸ਼ੀਅਲ ਫੈਸਲਾ ਨਹੀਂ ਆਇਆ ਕਿ ਕਿਹਦੇ ਲੱਗੂ ਤਾਂ ਕਿਹੜੇ ਟਰਮਸ ਵਿੱਚ ਲੱਗੂਗਾ। ਅਤੇ ਬੇਸਿਕਲੀ ਇਹ ਪਤਾ ਲੱਗਾ ਕਿ ਜਿਹੜਾ ਟੀਕਾ ਹੈ ਉਹ 2 ਵਾਰੀ ਲਾਉਣਾ ਪਊਗਾ ਤਾਂ ਜਾ ਕੇ ਉਹਦਾ ਅਸਰ ਇਫੈਕਟਿਵ ਹੋਣਾ ਆ। ਮਤਲਬ ਇੱਕ ਅੱਧਾ ਟੀਕਾ ਅੱਜ ਲੱਗ ਗਿਆ, ਅੱਧਾ ਫਿਰ 2 ਹਫ਼ਤਿਆਂ ਬਾਅਦ 'ਚ ਲੱਗੇਗਾ। ਇੱਦਾਂ ਦਾ ਕੋਈ ਸਿਸਟਮ ਇਹਨਾਂ ਨੇ ਕਰਨਾ ਹੈਗਾ। ਬਾਕੀ ਇਹਦੀ ਕਿਉਂਕਿ ਜਿਹੜੇ ਸਾਇੰਟਿਸਟ ਹੈਗੇ ਆ, ਬੇਸ਼ੱਕ ਜਿਹੜਾ ਟੀਕਾ ਆ, ਜਿਹੜਾ ਵੈਕਸੀਨ ਹੈਗਾ ਉਹ ਬਣ ਗਿਆ, ਲੇਕਿਨ ਹਾਲੇ ਸਾਇੰਟਿਸਟ ਵੀ ਉਹਨਾਂ ਨੇ ਹਾਲੇ ਇਸ ਗੱਲ ਨੂੰ ਫਾਈਨਲ ਨਹੀਂ ਕੀਤਾ ਵੀ ਕਿੱਦਾਂ ਕਰਨਾ, ਕੀ ਕਰਨਾ। ਇਹ ਕਾਫੀ ਗੰਭੀਰ ਮਸਲਾ ਹੈ, ਇਹ 'ਤੇ ਆਪਾਂ ਗੱਲ ਕਰਨੀ ਆ, ਕਿਉਂਕਿ ਹਾਲੇ ਇਹ ਬਹੁਤ ਨਵਾਂ ਮਸਲਾ ਆ। ਹਾਲੇ ਤਾਂ ਜੇ ਸਾਇੰਟਿਸਟ ਆ, ਜਿਹੜੇ ਪੋਲੀਟੀਸ਼ੀਅਨਸ ਹੈਗੇ ਆ, ਈਵਨ ਪ੍ਰਾਈਮ ਮਿਨਿਸਟਰ ਤੱਕ, ਅਮਰੀਕਾ ਦੇ ਰਾਸ਼ਟਰਪਤੀ ਤੱਕ, ਹਾਲੇ ਉਹਨਾਂ ਨੂੰ ਡੈਫੀਨਿਟਲੀ ਇਹ ਨਹੀਂ ਪਤਾ ਕਿ ਇਹਦਾ ਇਫੈਕਟ ਕਿੱਦਾਂ ਹੋਣਾ ਜਾਂ ਕੀ ਹੋਊਗਾ। ਪਰ ਇਹ ਜ਼ਰੂਰ ਉਹਨੂੰ ਪਤਾ ਲੱਗ ਗਿਆ ਕਿ ਬਈ ਵੈਕਸੀਨ ਬਣ ਗਿਆ, ਉਹ ਅੱਛਾ ਅਸਰ ਛੱਡੇਗਾ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਹੁੰਦਾ ਜਾਂ ਹੋਣ ਦਾ ਚਾਂਸਿਸ ਹੋਣ। ਹਾਲੇ ਸਾਇੰਟਿਸਟ ਡਾਊਟ ਵਿੱਚ ਆ, ਹਾਲੇ ਪੋਲੀਟੀਸ਼ੀਅਨਸ ਡਾਊਟ ਵਿੱਚ ਆ, ਹਾਲੇ ਡਾਕਟਰ ਪੋਲੀਟੀਸ਼ੀਅਨਸ ਆ। ਲੇਕਿਨ ਜਿਹੜੇ ਬੰਦੇ ਸਕੂਲ ਨਹੀਂ ਗਏ, ਉਹਨਾਂ ਨੂੰ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ, ਕਿਉਂਕਿ ਉਹ ਕੋਈ ਨਾ ਕੋਈ ਆਪਣੇ ਕੋਲੋਂ ਜਾਂ ਆਪਣੇ ਬਾਹਰੀਆਂ ਤੋਂ ਸੁਣ ਕੇ ਅਫਵਾਹ ਫੈਲਾਉਣ ਲੱਗ ਪੈਂਦੇ ਆ। ਜਿਹੜੀ ਅਫਵਾਹ ਆ ਉਹ ਸਾਨੂੰ ਬਹੁਤ ਗਲਤ ਡਾਇਰੈਕਸ਼ਨ ਵਿੱਚ ਲੈ ਕੇ ਜਾਂਦੀ ਆ। ਕਿਸੇ ਵਧੀਆ ਚੀਜ਼ ਨੂੰ ਵੀ ਅਸੀਂ ਘਟੀਆ ਸ਼ੋਅ ਕਰ ਦਿੰਦੇ ਹਾਂ, ਜਾਂ ਕੋਈ ਚੀਜ਼ ਦਾ ਕੋਈ ਕਿਸੇ ਹੁੰਦਾ ਕੋਈ ਉਹਦਾ ਕੋਈ ਬੇਸ ਹੁੰਦਾ ਨਹੀਂ ਗਾ, ਲੇਕਿਨ ਅਸੀਂ ਉਹਨੂੰ ਅਫਵਾਹ ਫੈਲਾ ਕੇ ਉਸਨੂੰ ਬਹੁਤ ਵੱਡੀ ਔਰ ਬਹੁਤ ਵਧੀਆ ਸ਼ੋਅ ਕਰ ਦਿੰਦੇ ਹਾਂ। ਅੱਜ ਆਪਾਂ ਗੱਲ ਕਰਦੇ ਹਾਂ ਕਿ ਵੈਕਸੀਨ ਬਣ ਗਈ, ਉਹਦਾ ਕੀ ਅਸਰ ਹੋਣਾ, ਇਹਨੂੰ ਆਪਾਂ ਬਾਅਦ 'ਚ ਜਾਵਾਂਗੇ। ਪਹਿਲਾਂ ਭੇਜਣਾ ਵੀ ਜਿਹੜੀਆਂ ਵੈਕਸੀਨ ਨੂੰ ਲੈ ਕੇ ਅਫਵਾਹਾਂ ਫੈਲੀਆਂ, ਉੱਤੇ ਮਾੜੀ ਜਿਹਾ ਆਪਾਂ ਚਾਨਣਾ ਪਾਵਾਂਗੇ। ਚਾਨਣਾ ਪਾਉਣ ਨੂੰ ਮੇਰੇ ਖਿਆਲ ਡਾਕਟਰ ਹਰੀਸ਼ ਮਲਹੋਤਰਾ ਤੋਂ ਵਧੀਆ ਕੋਈ ਹੋਰ ਬੰਦਾ ਨਹੀਂ ਲੱਭ ਸਕਦਾ, ਕਿਉਂਕਿ ਆਮ ਤੌਰ ਦੀ ਤਰ੍ਹਾਂ ਜਿੱਦਾਂ ਕਿ ਹਮੇਸ਼ਾ ਹੀ ਅਸੀਂ ਦੋਨੇ ਇਕੱਠੇ ਹੁੰਦੇ ਹਾਂ, ਬਹੁਤ ਸਾਰੇ ਲੋਕ ਪੁੱਛਦੇ ਆ ਵੀ ਤੁਸੀਂ ਸੱਚੀ ਸਕੇ ਭਰਾ ਆ? ਮੈਂ ਕਹਿੰਦਾ ਜੀ ਤੁਸੀਂ ਕਹਿ ਤਾ ਅਸੀਂ ਭਰਾ ਆ। ਅਤੇ ਇੰਨਾ ਸਾਡਾ ਜਿਹੜਾ ਹੈਗਾ ਸੁਮੇਲ ਆਪਸ ਵਿੱਚ ਹੈਗਾ, ਇੰਨਾ ਸਾਡਾ ਆਪਸ ਵਿੱਚ ਗੱਠਜੋੜ ਹੈਗਾ। ਅਸੀਂ ਹਰ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਅਸੀਂ ਪਹਿਲਾਂ ਸਲਾਹ ਨਾਲ ਕਰਦੇ ਹਾਂ। ਇਸ ਕਰਕੇ ਅੱਜ ਵੀ ਡਾਕਟਰ ਸਾਹਿਬ ਮੇਰੇ ਨਾਲ ਹਾਜ਼ਰ ਹਨ। ਉਹਨਾਂ ਕੋਲ ਆਪਸ਼ਨ ਡਾਕਟਰ ਸਾਹਿਬ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ।
गल कर रही है जी वैक्सीन के बारे रियलिटी की बात करें पहले अफवाह जी लोग फैलाते हैं ठीक है बई इन्होंने बंदे मर जाने ये जी 100 साल दिन पहला लाने सुनते जी हम बहुत कुछ चल रहा ये तो पहले दसो भी साढ़े लोगों का रुझान अफवाह बारे ठीक है ये इन्ना क्यों घटिया इस सवाल के नाल यानी कि जिस तरह तुसीं भी अपने बहुत ही प्यारे दर्शकों का साडे कॉलर्स का मैं भी अपने वालों भी तो मैं अपने वीर धन महेश वालों भी एक बार फिर तुहाडा बहुत ज़्यादा धन्यवाद करना चाहना क्योंकि तुहाडी कॉल्स के नाल जिहड़ा हैगा जिहड़े मसले है वो निखरते हैं तो इस करके साडा जिहड़ा प्रोग्राम ये आ वो बहुत ज़्यादा पॉपुलर हैगा जिहड़ी गल अफवाहां दी है उहदे मैं कुछ कारण जान के देखदा हैगा एक तो ये है भी साडे लोकां दी एजुकेशन कंपैरेटिवली मैं गल जिहड़ी कर रहा है बड़ी 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 घट हैगी सीमित मैं उन्होंने गल करदा जिहड़े साडे अगे पकड़ जाए उतों जिन्होंने अद्धी सदी हो गई इत्थे पहुंचे उन्होंने अपने कोर्स दी किताबां भी नहीं पढ़िया होंगी दूसरियां बाहर किताबां तो होर की पढ़नियां जो कि बहुत सारे जड़ियाँ विषय है बहुत सारे सबजैक्ट्स है कैमिस्ट्री है फिजिक्स है जोलॉजी है बॉटनी है एस्ट्रोनॉमी आई कैन मैंशन लोड्स तो इस करके वो यानी कि जिहड़ा हैगा एक दूजे तो बई बंता सिंह की हाल है जानी कि रामचंद किदां भी की वो कहानियां एक दूजे तो सुन के जिन्हों आप चुगलियां कहने जान कि गॉसिप्स जान कि कहने हैगे वो ते बड़ा यकीन करते हैं दूसरा जिहड़ा यानी कि बहुत बड़ा जिहड़ा नुकसान होया हैगा वो ये हैगा भी जिहड़े साडा सोशल मीडिया हैगा वो व्हाट्सएप ग्रुप हैगा चाहे यानी कि जिहड़ा हैगा वो फेसबुक हैगी आ चाहे यानी कि कोई होर भी जिहड़ा सोशल मीडिया हैगा उहदे विच अपने मुल्कां तो बहुत गलत मलत जिहड़ियां वीडियोज़ जानी कि आउंदियां है तुहानूं भी याद होना तुसीं भी देखियां होणियां अपने दर्शकों ने भी देखियां होणियां भी कुछ वीडियोज़ इहो जिहियां सी भी रामदेव ने एक टीका कढ़ लिया हैगा उदों बाद फिर ठुस हो गया काम विच ही चल गया फिर यानी कि कुछ बारी कुछ यानी कि इहो जिहियां अफवाहां फैलियां भी जिहड़ा रामदेव दियां जिहड़ियां एक्सरसाइज़ योगा दियां करदा इह 'च कोई शक नहीं योगा इज़ अ गुड एक्सरसाइज पर जे ये यानी कि किसी को कहना भी तेरा इस नाल कैंसर का इलाज भी हो जाऊगा यानी कि जड़ियाँ नाड़ियाँ वो भी खुल जानियां हैगियां भी थोड़ी बहुत असिस्टेंस कर सकता है पर जे यानी कि भी वो प्योर क्योर कर दूगा दैट्स नॉन सेंस कंप्लीटली आउट ऑफ यानी कि है साइंटिफिक बेस तो बाहर की गल हैगी आ फिर यानी कि भी गऊ पेशाब के नाल यानी कि है जी तुहाडा इलाज हो जाना यानी कि प्याज नाल इलाज हो जाना हैगा इहो जिहियां जिहड़ियां अफवाहां हैगियां साडे लोग बड़ी छेती कैचअप करते हैं अच्छा फिर एक होर आउंदा है वीडियो भेजना जे तुसीं ये 10 बंदे होर भेजोगे तो बड़ी वधिया खबर मिलूगी तुहाडे टब्बर दा कल्याण हो जू वो दुर फिटे मूँह तुहाडा भी कल्याण यानी कि तुसीं वीडियो भेजण दे नाल यानी कि हो जाना यानी कि जां तुसीं कर देना मैं कहना इहो जी वाहियात इहो जी यानी कि हैगी आ नकम्मियां गल्लां करनियां जिहदा कोई ना कोई सिर है ना जिहदा कोई पैर हैगा ये क्राइम है ये एक बहुत बड़ा क्राइम हैगा तुसीं यानी कि गलत अफवाहां यानी कि फैला रहे हैगियां अच्छा एक होर अफवाह यानी कि फैली है मैं यानी कि सरप्राइज़ होए ना जो लोगों की गल्लां सुनदा आखिर जिहड़ा टीका तैयार हो गया टीके बारे आप गल करते हैं आई सलूट टू दी साइंटिस्ट वो बारे आप थोड़ी होर विस्तार से गल करते हैं बाद भी जिहड़े टीके कहते जिहड़ा इत्थे तैयार हो गया टीका है ना जिहड़ा फाइबर ने यानी कि तैयार कर लिया हैगा जां स्पुतनिक 5 ने भी कर लिया जां अमेरिका में भी एक तैयार हो गया हैगा आखिर टीका पहला 40 साल के यानी कि जिहड़े बंदे एशियंस उन्होंने दे लाने ताकि वो नियाणे ना पैदा कर सकन भी उन्होंने नमर्द बनाना इन्हां मूर्खां नूं पुछे भी तुहाडे यानी कि टीके वाली जी गल जी कैटेगरी है यानी कि सामने आ रही वो भी बाद गल करते वो तो पहला कहते आ भी जोड़े हैल्थ वर्करस है केयर वर्करस है उन्हें लगन यानी कि 85+ बंदे है भी उधरों जी वड्डी उम्र के बंदे तो फिर थल्ले रहना भी इन्हां मूर्खां नूं इहो जिहियां जिहड़ियां गल्लां हैगियां लोकां विच फिर सर्कुलेट करनियां फिर दसना तूं आ वीडियो देखिया सी कि नहीं देखिया सी फलाने नूं करना एक तो यही गल यानी कि बहुत बड़ा क्राइम है दूसरी यानी कि इस गल ते होर यानी कि दौर जिहड़ी पैंदी है साडे मेजोरिटी लोग उन्होंने जिद्दां अगे भी बहुत बारी गल की है उन्होंने ये फिक्र नहीं भी बर्मिंघम च मीह पैंदा कि नहीं पैंदा उन्होंने फिक्र ये लगा भी जलंधर किद्दां भी गले पैंदे जां मीह पैंदा इन्हां नूं पुछे कोई भी तेरे उत्थे छोले यानी कि जिहड़े बाहर सुकने पैंदे आ सुकने पाए आ भी जिहड़े तेरे भेजणे आ ये अपने रेडियो टैलीविजन यानी कि जिहड़े हैगे कुछ इत्थे दे रेडियो टैलीविजन भी वो भी कई बार बहुत गलत प्रचार करते हैं बहुत एक पासड़ प्रचार करते हैं तो मैं समझदा भी वो भी एक किस्म का क्राइम कर रहे हैं जे क्योंकि जो मीडिया जिद्दां अज असीं टैलीविजन पर बैठे से गल कर रहे हैं जां रेडियो है जां अखबारां है इन्हां दा मकसद ये हुंदा भी लोकां नूं राइट इन्फॉर्मेशन राइट साइंटिफिक बेस ते यानी कि जिहड़ी एजुकेशनल जिहड़ी इन्फॉर्मेशन है वो दित्ती जाए ये नहीं दिंदे हैगे ते उत्थों दे यानी कि जिहड़े हैगे जिहड़े टैलीविजन हैगे आ वो सुनने नाटक जान के सुनने
ਫਿਰ ਯਾਨੀ ਕਿ ਜਿਹੜਾ ਹੈਗਾ ਉਹੋ ਜਿਹੀਆਂ ਉੱਥੇ ਫਿਲਮਾਂ ਵੀ ਯਾਨੀ ਕਿ ਉਹੋ ਜਿਹੀਆਂ ਹੈਗੀਆਂ ਉਹ ਵੀ ਸੁਣਨੀਆਂ, ਜਾਂ ਬੀਬੀਆਂ ਭੈਣਾਂ ਨਾਲ ਯਾਨੀ ਕਿ ਜਾਂ ਭਰਾਵਾਂ ਨਾਲ ਵੀ ਉਹੋ ਜਿਹੀਆਂ ਗੱਲਾਂ ਕਰਨੀਆਂ, ਉਹ ਵੀ ਉੱਦਾਂ ਦੇ ਯਾਨੀ ਕਿ ਲੋਡੂਵਾਲ ਤੱਕ ਪੜ੍ਹੇ। ਮੇਰਾ ਮਤਲਬ ਕਹਿਣ ਦਾ ਇਹ ਹੈਗਾ, ਇਹ ਸਾਰਾ ਕੁਛ ਜਿਹੜਾ ਹੈਗਾ ਅਫਵਾਹਾਂ ਫੈਲਾਉਣ ਵਿੱਚ, ਖਾਸ ਕਰਕੇ ਆਪਣੀ ਏਸ਼ੀਅਨ ਕਮਿਊਨਿਟੀ ਵਿੱਚ, ਚਾਹੇ ਉਹ ਹਿੰਦੂ ਹੈਗੇ, ਚਾਹੇ ਸਿੱਖ ਹੈਗੇ, ਚਾਹੇ ਮੁਸਲਮਾਨ ਹੈਗੇ, ਚਾਹੇ ਯਾਨੀ ਕਿ ਕੋਈ ਵੀ ਤੁਸੀਂ ਯਾਨੀ ਕਿ ਲਾ ਲਓ, ਇਹਨਾਂ ਵਿੱਚ ਸਾਡੇ 'ਚ ਬਹੁਤ ਜ਼ਿਆਦਾ ਸਰਕੂਲੇਟ ਯਾਨੀ ਕਿ ਹੋ ਰਹੀਆਂ। ਅਤੇ ਇਸੇ ਕਰਕੇ ਸ਼ਾਇਦ ਤੁਸੀਂ ਵੀ ਯਾਨੀ ਕਿ ਦੇਖਿਆ ਹੋਣਾ, MPs ਨੇ, ਲੇਬਰ MPs ਨੇ ਅਤੇ ਟੋਰੀ MPs ਨੇ, ਇਹਨਾਂ ਨੇ ਪਾਰਲੀਮੈਂਟ ਵਿੱਚ ਇਹ ਕਿਹਾ ਵੀ ਜਿਹੜੇ ਬੰਦੇ ਅਫਵਾਹਾਂ ਫੈਲਾਉਂਦੇ ਹੈਗੇ ਆ ਉਹਨਾਂ 'ਤੇ ਮੁਕੱਦਮਾ ਚਲਾਇਆ ਜਾਵੇ, ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਵੇ ਅਤੇ ਇੱਥੇ ਯਾਨੀ ਕਾਨੂੰਨ ਬਣਾਇਆ ਜਾਵੇ। ਇੱਕ ਤਾਂ ਯਾਨੀ ਕਿ ਇਹ ਪਾਸਾ ਹੋ ਗਿਆ। ਅੱਛਾ, ਦੂਸਰਾ ਪਾਸਾ ਇੱਕ ਹੋਰ ਵੀ ਹੈ। ਨਹੀਂ, ਮੈਂ ਥੋੜ੍ਹੀ ਜਿਹੀ ਮੈਨੂੰ ਐਕਸਕਿਊਜ਼ ਕਰਿਓ। ਹਾਂਜੀ ਹਾਂਜੀ, ਕੋਈ ਨਹੀਂ। ਜਿਹੜੀ ਭਾਰਤ ਦੀ ਸਰਕਾਰ ਆ, ਉਹਨਾਂ ਨੇ ਇੱਕ ਲੋਕਾਂ ਨੂੰ ਭੰਬਲ ਤੁਸੀਂ ਪਾਇਆ। ਉਹਨਾਂ ਦੇ ਜਿਹੜੇ ਪ੍ਰਚਾਰਕ ਆ, ਉਹਨਾਂ ਦੇ ਜਿਹੜੇ TV ਜਿਹੜੇ ਉਹਨੇ ਬਾਈ ਕੀਤੀ, ਉੱਤੇ ਕਹਿਣ ਲੱਗ ਪਿਆ ਜੀ ਜੇ ਗਾਂ ਦਾ ਪਿਸ਼ਾਬ ਇਸਤੇਮਾਲ ਕਰਨ ਤੇ ਇਹ ਆਪਣੇ ਆਪ ਕਿਉਂ ਹੋਣੀ, ਆਫੀਸ਼ੀਅਲੀ ਕਹਿੰਦੇ ਹੋ। ਈਵਨ ਗੋਹਾ ਵੀ ਮੰਨ ਲਓ, ਗੋਹਾ ਵੀ ਮੰਨ ਲਓ। ਮੈਂ ਖਾਣ ਦੀ ਵੀ ਗੱਲ ਕੀਤੀ ਸੀ। ਅੱਛਾ, ਉਹਨੇ ਗੋਹਾ ਖਾ ਵੀ ਲਓ, ਹਾਂ, ਫਿਰ ਰੋਟੀ ਪਾਣੀ ਬੰਦ ਕਰੋ, ਫਿਰ ਗੋਹਾ ਹੀ ਖਿਲਾਓ ਉਹਨਾਂ ਨੂੰ। ਜਾਣੀ ਜਦੋਂ ਜਿਹੜੇ ਬੰਦੇ ਰਿਸਪੌਂਸੀਬਲ ਆ, ਜਿਹੜੇ ਜ਼ਿੰਮੇਵਾਰ ਬੰਦੇ ਆ, ਐਬਸੋਲੂਟਲੀ, ਜੇ ਉਹ ਇੱਦਾਂ ਦੀਆਂ ਘਟੀਆਂ ਗੱਲਾਂ ਕਰਨਗੇ ਤਾਂ ਜਿਹੜੇ ਲੋਕ ਹੈਗੇ ਆ, ਲੋਕਾਂ ਨੇ ਉਹ ਚੈਨਲ ਦੇਖਣੇ, ਉਹ ਨਿਊਜ਼ ਦੇਖਣਾ। ਨਹੀਂ, ਇਹ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਬਹੁਤ ਇੰਪੋਰਟੈਂਟ ਹੈ। ਜਿਹੜਾ ਬੰਦਾ ਇੰਪੋਰਟੈਂਟ ਪੋਜੀਸ਼ਨ 'ਤੇ ਹੈਗਾ, ਕੋਈ ਪ੍ਰਾਈਮ ਮਿਨਿਸਟਰ ਹੈ ਯਾਨੀ ਕਿ, ਜਾਂ ਹੋਮ ਮਿਨਿਸਟਰ ਹੈਗਾ ਯਾਨੀ ਕਿ, ਜਾਂ ਹੋਰ ਬਹੁਤ ਵੱਡੀ MP ਹੈਗਾ, ਜਾਂ ਕਿਸੇ ਜਾਂ ਰਿਸਪੌਂਸੀਬਲ ਇੰਸਟੀਟਿਊਸ਼ਨ ਦਾ ਕੋਈ ਡਾਇਰੈਕਟਰ ਹੈਗਾ, ਜਦੋਂ ਕੋਈ ਉਹ ਇਹੋ ਜਿਹੀ ਵਾਹਿਯਾਤ ਗੱਲ ਕਰਦਾ ਹੈਗਾ ਅਤੇ ਸਧਾਰਨ ਬੰਦਾ ਕਹਿੰਦਾ ਯਾਰ ਉਹ ਐਡੀ ਵੱਡੀ ਰਿਸਪੌਂਸੀਬਿਲਿਟੀ 'ਤੇ ਯਾਨੀ ਕਿ ਉਹ ਬੰਦਾ ਹੈਗਾ, ਨਿਯੁਕਤ ਹੈਗਾ, ਵੀ ਜੇ ਉਹ ਗੱਲ ਕਹਿ ਰਿਹਾ ਤਾਂ ਝੂਠ ਕਿੱਦਾਂ ਹੋ ਸਕਦੀ ਹੈਗੀ। ਮੈਂ ਇਹ ਇਸ ਕਰਕੇ ਗੱਲ ਕਹਿ ਰਿਹਾ ਕਿ ਜਿਹੜਾ BJP ਦਾ ਸਪੋਕਸ ਪਰਸਨ ਆ, ਹਾਂਜੀ ਹਾਂਜੀ, ਉਹਨੇ ਇਹ ਕਿਹਾ, ਕਹਿੰਦਾ ਵੀ ਜੇ ਤੁਸੀਂ ਗੋਬਰ ਅਤੇ ਪਿਸ਼ਾਬ ਇਸਤੇਮਾਲ ਕਰੋਗੇ ਤਾਂ ਕੋਈ ਦੁਨੀਆ ਦੀ ਕੋਈ ਬਿਮਾਰੀ ਨਹੀਂ ਲੱਗ ਸਕਦੀ। ਅੱਛਾ, ਫਿਰ ਉਹਨੂੰ ਪੁੱਛਿਆ ਵੀ ਜਿਹੜੇ BJP ਦੇ ਬੰਦੇ ਮਰ ਗਏ, ਹਾਂ, ਉਹਨੂੰ ਗੋਹਾ ਖਿਲਾਈ ਜਾਂਦੇ। ਹਾਂ, ਯਾਨੀ ਕਿ ਜਾਂ ਹਸਪਤਾਲ ਬੰਦ ਕਰੋ, ਫਿਰ ਉਹਨਾਂ ਨੂੰ ਗੋਹਾ ਖਿਲਾਉਣਾ ਸ਼ੁਰੂ ਕਰੋ, ਯਾਨੀ ਕਿ ਇਹ ਵੀ ਤਾਂ ਗੱਲ ਹੈ ਨਾ। ਅੱਛਾ, ਨਾਲ ਹੀ ਯਾਨੀ ਕਿ ਇਹ ਵੀ ਉਹਨਾਂ ਦੀ ਆਪਾਂ ਨੂੰ ਪਤਾ ਲੱਗੇ ਜੋ ਕਹਾਣੀਆਂ ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਜੇ ਈਵਨ ਵੈਸਟਰਨ ਵਰਲਡ ਵਿੱਚ ਵੀ ਅਸੀਂ ਆਈਏ, ਟਰੰਪ ਵਰਗਾ ਬੰਦਾ ਕਹਿੰਦਾ ਵੀ ਕਰੋਨਾ ਹੈ ਹੀ ਨਹੀਂ ਹੈ, ਯਾਨੀ ਕਿ ਇਹਦੇ 'ਤੇ ਯਾਨੀ ਕਿ ਇਦੋਂ ਵੱਡੀ ਯਾਨੀ ਕਿ ਗਲਤ ਅਫਵਾਹ ਅਤੇ ਗਲਤ ਇਨਫੋਰਮੇਸ਼ਨ ਯਾਨੀ ਕਿ ਦੇਣੀ, ਯਾਨੀ ਕਿ ਮੈਂ ਕਹਿੰਦਾ ਸਭ ਤੋਂ ਤਾਕਤਵਰ ਮੁਲਕ ਦਾ ਪ੍ਰੈਜ਼ੀਡੈਂਟ ਹੋ ਕੇ ਵੀ ਤੂੰ ਇਹੋ ਜਿਹੀ ਵਾਹਿਯਾਤ ਗੱਲ ਕਰਦਾ ਹੈਗਾ ਹੈ, ਤੂੰ ਫਿਰ ਮਾਸਕ ਵੀ ਨਹੀਂ ਲਾ ਰਿਹਾ ਹੈਗਾ, ਤੈਨੂੰ ਆਪ ਵੀ ਕਰੋਨਾ ਯਾਨੀ ਕਿ ਹੋ ਗਿਆ, ਤੂੰ ਬਚ ਗਿਆ ਕਿਉਂਕਿ ਤੈਨੂੰ ਦਵਾਈਆਂ ਉਹਨਾਂ ਨੇ ਬੜੀਆਂ ਜ਼ਬਰਦਸਤ ਕਈ ਤਰੀਕੇ ਨਾਲ ਦਿੱਤੀਆਂ, ਤੈਨੂੰ ਬਚਾ ਲਿਆ। ਇਹ ਯਾਨੀ ਕਿ ਜਿਹੜੀਆਂ ਇਰਰਿਸਪੌਂਸੀਬਲ ਗੱਲਾਂ ਹੈਗੀਆਂ, ਇਸੇ ਕਰਕੇ ਮੈਂ ਸਮਝਦਾ ਵੀ ਇਹ ਯਾਨੀ ਕਿ ਲਾਅ ਬਣਨਾ ਚਾਹੀਦਾ ਵੀ ਜਿਹੜੀਆਂ ਅਫਵਾਹਾਂ ਲੋਕ ਯਾਨੀ ਕਿ ਫੈਲਾ ਰਹੇ ਹੈਗੇ ਆ, ਇਹਦੇ ਨਾਲ ਸਧਾਰਨ ਬੰਦੇ ਦਾ ਬਹੁਤ ਘਾਣ ਹੁੰਦਾ ਹੈਗਾ। ਬੇਸਲੈਸ ਗੱਲ ਨਹੀਂ ਹੋਣੀ ਚਾਹੀਦੀ। ਹਾਂ, ਯਾਨੀ ਕਿ ਉਹਦਾ ਜਿਹੜਾ ਸਧਾਰਨ ਆਦਮੀ ਹੈਗਾ ਉਸ ਗੱਲ ਨੂੰ ਮੰਨ ਲੈਂਦਾ ਹੈਗਾ। ਅੱਛਾ, ਨਾਲ ਹੀ ਇਹਦੇ ਇੱਕ ਹੋਰ ਵੀ ਹੈ, ਜਿਹੜੇ ਕਿਉਂਕਿ ਉਹ 'ਤੇ ਅਸੀਂ ਆਪਾਂ ਬਹੁਤ ਯਾਨੀ ਕਿ ਪ੍ਰੋਗਰਾਮ ਵੀ ਕੀਤੇ, ਫਿਊਚਰ ਵਿੱਚ ਵੀ ਕਰਾਂਗੇ। ਜਿਹੜੇ ਜੋਤਸ਼ੀ ਕਹਿੰਦੇ ਸੀ ਤੇਰੀ ਯਾਨੀ ਕਿ ਉਮਰ ਮੈਂ 10 ਸਾਲ ਤੇਰੀ ਮੈਂ ਰੇਖ ਵਿੱਚ ਮੇਖ ਪਾ ਸਕਦਾ, ਜਾਂ ਬਾਬਾ ਸਾਧ ਕਹਿੰਦੇ ਸੀ ਆ ਪੁੜੀ ਤੂੰ ਲੈ ਵੀ ਤੇਰਾ ਇਲਾਜ ਯਾਨੀ ਕਿ ਹੋ ਜਾਣਾ, ਜਾਂ ਪਾਣੀ ਮਨਸ ਦਿੱਤਾ ਹੈਗਾ ਯਾਨੀ ਕਿ, ਜਾਂ ਜਿਹੜਾ ਹੈਗਾ ਕੋਈ ਧਾਗਾ ਕਰਤਾ, ਤਵੀਤ ਕਰਤਾ, ਨਗ ਪਾਤਾ, ਉਹ ਕਿੱਥੇ ਮਰ ਗਿਆ ਉਹਨਾਂ ਨੇ ਯਾਨੀ ਕਿਹੜਾ ਹੈਗਾ ਇਹ ਟੀਕਾ ਕਿਉਂ ਨਹੀਂ ਕੱਢਿਆ? ਡਾਕਟਰ ਸਾਹਿਬ, ਜਿਹੜੀ ਇਹ ਤਾਂ ਗੱਲ ਹੋਈ ਅਫਵਾਹ ਦੀ, ਹਾਂ, ਇਹ ਤੋਂ ਸਾਨੂੰ ਬਚਣਾ ਚਾਹੀਦਾ। ਬਿਲਕੁਲ ਬਿਲਕੁਲ, ਕਿਉਂਕਿ ਕਿਸੇ ਵੀ ਮੈਡੀਸਨ ਦੇ ਬਣਨ ਦਾ ਡਾਕਟਰਾਂ ਤੋਂ ਵੱਧ ਕਿਸੇ ਨੂੰ ਨਹੀਂ ਪਤਾ। ਹਾਂਜੀ, ਇਸ ਕਰਕੇ ਜਿਹੜੇ ਡਾਕਟਰਸ ਹੈਗੇ ਆ, ਜੇ ਤੁਹਾਨੂੰ ਕਿਸੇ ਨੂੰ ਡਾਊਟ ਆ, ਆਪਣੇ GP ਨੂੰ ਪੁੱਛ ਲਓ ਫੋਨ ਕਰਕੇ। ਤੁਸੀਂ ਮਿਲ ਤਾਂ ਨਹੀਂ ਸਕਦੇ, ਆਪਣੇ GP ਨੂੰ, ਜਾਂ ਤੁਹਾਨੂੰ ਕੋਈ ਤੁਹਾਡੇ ਯਾਰ ਦੋਸਤ ਡਾਕਟਰ ਉਹਨੂੰ ਪੁੱਛ ਲਓ ਵੀ ਇਹਦਾ ਕੀ ਹੋ ਰਿਹਾ, ਉਹ ਤੁਹਾਨੂੰ ਸਹੀ ਗਾਈਡੈਂਸ ਦਊਗਾ। ਅਤੇ ਬਾਕੀ ਜਿਹੜੇ ਹੈਗੇ ਆ ਆਵਾਗੌਣ, ਹੁਣ ਜਿੰਨੀਆਂ ਅਸੀਂ ਗੱਲਾਂ ਕਰਨੀਆਂ ਉਹ ਸਾਰੀਆਂ ਗੌਰਮੈਂਟ ਦੇ ਜਿਹੜਾ ਹੈਗਾ ਉਹਨਾਂ ਦੇ ਸਿਸਟਮ ਦੇ ਵਿੱਚੋਂ ਕੱਢੀਆਂ ਗਈਆਂ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਵੀ ਗੱਲ ਉਹਦੇ ਵਿੱਚੋਂ ਝੂਠ ਨਹੀਂ ਹੋਗੀ। ਅਸੀਂ ਕੋਸ਼ਿਸ਼ ਕਰਾਂਗੇ 100% ਉਹ ਗੱਲ ਤੁਹਾਨੂੰ ਸਾਂਝੀ ਕੀਤੀ ਜਾਵੇ ਜਿਹਦਾ ਕੋਈ ਨਾ ਕੋਈ ਰੈਫਰੈਂਸ ਹੈ। ਹਾਂ, ਬਿਲਕੁਲ ਬਿਲਕੁਲ, ਰੈਫਰੈਂਸ ਦੇਵਾਂਗੇ ਵੀ। ਦੂਸਰੀ ਗੱਲ ਇਹ ਹੈਗੀ ਹੈ ਕਿ ਵੀ ਚਲੋ ਅਫਵਾਹਾਂ ਦੇ ਵਿੱਚ ਕੁਛ ਨਹੀਂ ਹੁੰਦਾ। ਬਹੁਤ ਲੋਕ ਇਹ ਕਹਿੰਦੇ ਆ ਜੀ ਇਹ ਸੈਲਫ ਕ੍ਰੀਏਟਿਡ ਡਿਜ਼ੀਜ਼ ਆ, ਇਹ ਐਕਚੁਅਲੀ ਬਣਾਈ ਗਈ ਆ, ਇਹਨਾਂ ਬੰਦੇ ਜਿਹੜੀ ਪਾਪੂਲੇਸ਼ਨ ਆ ਉਹ ਘੱਟ ਕਰਨ ਦਾ ਇੱਕ ਉਹਨਾਂ ਨੇ ਨਜ਼ਰੀਆ, ਹਾਂ, ਇਹ ਵੀ ਅਫਵਾਹ ਫੈਲੀ ਹੈ, ਇਹ ਕਿਹਾ ਜਾਂਦਾ। ਅੱਛਾ, ਇਹਦੇ ਬਾਰੇ ਆਪਾਂ ਨੂੰ ਕੋਈ ਨਾ ਆਪਾਂ ਇਹਨੂੰ ਜਸ ਕਰੇ ਨਾ ਨੋ, ਤੁਹਾਨੂੰ ਪਤਾ ਹੀ ਨਹੀਂ ਇਸ ਗੱਲ ਦਾ, ਅਤੇ ਕਿਉਂਕਿ ਕਿਸੇ ਨੇ ਹਾਲੇ ਤੱਕ ਇਸ ਆਫੀਸ਼ਲੀ ਇਹ ਗੱਲ ਨਹੀਂ ਕੀਤੀ। ਅੱਛਾ, ਚਲੋ, ਜਿਹੜੇ ਸਾਇੰਸ ਦੇ ਮਾਹਰ ਆ, ਹਾਂਜੀ, ਉਹਨਾਂ ਨੇ ਇੱਕ ਮਹਾਰਤ ਹਾਸਲ ਕੀਤੀ। ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਵੀ ਇਹਦਾ ਕੋਈ ਇਲਾਜ ਨਹੀਂ ਹੈ, ਬਲਕਿ ਤਾਂ ਮਹੀਨਾ ਪਹਿਲਾਂ
ਇਹ ਕਿਹਾ ਜਾਂਦਾ ਸੀਗਾ ਵੀ ਇਹਦਾ ਕੁਝ ਨਹੀਂ ਪਤਾ ਲੱਗ ਰਿਹਾ, ਵੀ ਟੀਕਾ ਨਿਕਲ ਨਹੀਂ ਰਿਹਾ ਹੈਗਾ ਅਜੇ ਤੱਕ ਵੀ। ਨਿਕਲਣਾ ਜਾਂ ਨਹੀਂ ਨਿਕਲਣਾ। ਕਈ ਵਾਰੀ ਇਹ ਗੱਲ ਹੈ ਵੀ ਆਕਸਫੋਰਡ ਯੂਨੀਵਰਸਿਟੀ ਤਿਆਰ ਕਰ ਰਹੀ ਹੈ ਜਾਂ ਹੋਰ ਕੰਪਨੀਆਂ ਤਿਆਰ ਕਰ ਰਹੀਆਂ, ਵਿੱਚੇ ਫਿਰ ਠੁੱਸ ਹੋ ਜਾਣੀ। ਯਾਨੀ ਸਾਇੰਟਿਸਟ ਜਿਹੜੇ ਹੈਗੇ ਆ ਉਹ ਬਹੁਤ ਵੱਡੀ ਚੀਜ਼ ਹੁੰਦੇ ਆ। ਉਹਨਾਂ ਨੇ ਆਪਣੀ ਸੋਚ ਨਾਲ, ਉਹਨੇ ਕੋਈ ਪੂਜਾ ਪਾਠ ਕਰਕੇ ਨਹੀਂ ਕੀਤਾ, ਉਹਨੇ ਆਪਣੀ ਜਿਹੜੀ ਸਾਇੰਸ ਪ੍ਰਤੀ ਜਿਹੜੀ ਉਹਨਾਂ ਦੀ ਸੋਚ ਆ, ਜਿਹੜੀ ਉਹਨਾਂ ਦੀ ਐਜੂਕੇਸ਼ਨ ਆ, ਉਹਦੇ ਜ਼ਰੀਏ ਉਹਨਾਂ ਨੇ ਇਹਦਾ ਜਿਹੜਾ ਇਲਾਜ ਟੀਕਾ ਬਣਾਇਆ। ਉਸ ਟੀਕੇ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਪਹਿਲੀ ਗੱਲ ਤਾਂ ਮੇਰੇ ਹਿਸਾਬ ਜਾਣੀ ਕਿ ਇਹ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਵੀ ਤੇ ਆਪਣੇ ਪਿਆਰੇ ਦਰਸ਼ਕਾਂ ਨੂੰ ਵੀ, ਆਈ ਸਲੂਟ ਯਾਨੀ ਕਿ ਉਹਨਾਂ ਸਾਇੰਸਦਾਨਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਕਰਕੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਸ ਟੀਕੇ ਨੂੰ ਇਜਾਦ ਕਰ ਲਿਆ। 3 ਕੰਪਨੀਆਂ ਯਾਨੀ ਕਿ ਜਿਹੜੀਆਂ ਇਸ ਵੇਲੇ ਕਲੇਮ ਕਰ ਰਹੀਆਂ ਹੈਗੀਆਂ, ਇੱਕ ਤਾਂ ਯਾਨੀ ਕਿਹੜੀ ਹੈਗੀ ਆ ਬਾਈਫਰਕੀ ਉਹਨੂੰ ਕਹਿੰਦੇ ਹੈਗੇ ਆ, ਅਤੇ ਇੱਕ ਤਾਂ ਉਹ ਯਾਨੀ ਕਿ ਹੈਗੀ ਆ, ਦੂਸਰੀ ਯਾਨੀ ਜੌਨਸਨ ਯਾਨੀ ਕਿ ਇੱਥੇ ਅਮਰੀਕਾ ਦੀ ਇੱਕ ਹੈਗੀ ਆ, ਇੱਕ ਯਾਨੀ ਕਿ ਹੋਰ ਜਿਹੜੀ ਸਪੂਤਨਿਕ ਜਿਹੜੀ ਰਸ਼ੀਆ ਦੀ ਹੈਗੀ ਆ, ਉਹ ਵੀ ਯਾਨੀ ਕਲੇਮ ਕਰ ਰਿਹਾ ਲੈ ਅਸੀਂ ਜਿਹੜਾ ਟੀਕਾ ਤਿਆਰ ਕਰ ਰਿਹਾ। ਮੈਂ ਅੱਜ ਵੀ ਹੁਣ ਆਉਣ ਤੋਂ ਪਹਿਲਾਂ ਵੀ ਨਿਊਜ਼ ਸੁਣਦਾ ਆਇਆ ਹੈਗਾ, ਸੁਣ ਰਿਹਾ ਸੀ ਰੇਡੀਓ 'ਤੇ ਵੀ। ਹੁਣ ਚੇਤਾ ਕਰ ਰਿਹਾ ਪੂਨੇ ਇੱਕ ਫਰਮ ਹੈਗੀ ਆ, ਇੱਕ ਮੈਡੀਕਲ ਹਾਂਜੀ ਉਹਨਾਂ ਨੇ ਤਿਆਰ ਕੀਤਾ ਪੂਨੇ ਤੋਂ, ਹੋ ਸਕਦਾ ਨਹੀਂ, ਮੇਰਾ ਮਤਲਬ ਕੁਛ ਵੀ ਹੈ, ਪਰ ਉਹ ਸਾਇੰਸਦਾਨਾਂ ਨੇ ਤਿਆਰ ਕੀਤੇ ਹੈਗੇ ਯਾਨੀ ਕਿ ਜਿਹੜੀ ਇੱਕ ਤਾਂ ਆਈ ਸਲੂਟ ਟੂ ਦੈਮ। ਨਹੀਂ ਤਾਂ ਜਿਹੜਾ ਹੈਗਾ ਕੋਈ ਵੀ ਦਵਾਈ ਨੂੰ ਤਿਆਰ ਕਰਨ ਦੇ ਲਈ ਅਤੇ ਉਹਨੂੰ ਉਸ ਤੋਂ ਬਾਅਦ ਜਿਹੜਾ ਐਕਸਪੈਰੀਮੈਂਟ ਜਿਸ ਤਰ੍ਹਾਂ ਅੱਜ ਕੱਲ੍ਹ ਇਹ ਕਰ ਰਹੇ ਹੈਗੇ ਲੋਕਾਂ 'ਤੇ ਤਾਂ ਕਿ ਉਹਨੂੰ ਬਾਹਰ ਕੱਢਿਆ ਜਾ ਸਕੇ, ਉਹਨੂੰ ਕਈ ਵਾਰੀ 5-5, 8-8, 10-10 ਸਾਲ ਜਾਣੀ ਕਿ ਲੱਗ ਜਾਂਦੇ, ਫਿਰ ਇਹ ਦਵਾਈ ਨੂੰ ਬਾਹਰ ਕੱਢਦੇ ਹੈਗੇ ਆ। ਜਿਹੜੀ ਯਾਨੀ ਕਿ ਹੁਣ ਜਿਹੜੀ ਦਵਾਈ ਬਾਹਰ ਸਪੂਤਨਿਕ ਤੋਂ ਜਾਣੀ ਕਿ ਜਾਂ ਜਿਹੜੀ ਅਮਰੀਕਨ ਹੈਗੀ ਆ ਜਾਂ ਜਿਹੜੀ ਇੱਥੇ ਆਪਣੀ ਜਰਮਨ ਫਰਮ ਹੈਗੀ ਆ, ਉਹਨੇ ਜਾਣੀ ਕਿ ਕੱਢੀਆਂ ਹੈਗੀਆਂ, ਉਹ ਕਹਿੰਦੇ ਲੈ ਵੀ 95% ਜਾਣੀ ਕਿ ਕਾਰਗਰ ਹੈ, ਨੀਅਰਲੀ 95% ਕਾਰਗਰ ਹੈ। ਉਸ ਤੋਂ ਬਾਅਦ ਵੀ ਯਾਨੀ ਕਿ ਹੋਰ ਕੋਸ਼ਿਸ਼ ਕਰ ਰਿਹਾ ਲੈ ਵੀ ਜਿਹੜੀ 100% ਜਾਣੀ ਕਿ ਹੋਈ ਵੀ। ਮੈਂ ਸਮਝਦਾ ਬਹੁਤ ਵੱਡੀ ਅਚੀਵਮੈਂਟ ਹੈਗੀ ਆ ਇਹਦਾ, ਯਾਨੀ ਕਿ ਸਾਨੂੰ ਇੱਕ ਤਾਂ ਸਵਾਗਤ ਕਰਨਾ ਚਾਹੀਦਾ। ਦੂਸਰਾ ਆਈ ਸਲੂਟ ਟੂ ਦੈਮ ਜਿਨ੍ਹਾਂ ਨੇ ਦਿਨ ਰਾਤ ਕਰਕੇ ਇਹਨੇ ਥੋੜ੍ਹੇ ਸਮੇਂ ਦੇ ਵਿੱਚ ਲੁਕਾਈ ਨੂੰ ਜਿਹੜਾ ਹੈਗਾ ਬਚਾਉਣ ਲਈ ਕੰਮ ਕੀਤਾ। ਦੂਸਰੀ ਯਾਨੀ ਕਿਹੜੀ ਗੱਲ ਹੈ, ਜਿਹੜੇ ਲੋਕ ਇਹ ਵੀ ਅਫਵਾਹਾਂ ਨਾਲ ਕਨੈਕਟਡ ਹੈ, ਜਿਹੜੇ ਲੋਕ ਇਹ ਕਹਿੰਦੇ ਸੀ ਉਹ ਬਿਲ ਗੇਟ ਤੇ ਯਾਨੀ ਕਿ ਉਹਦੀ ਕੰਪਨੀ ਜੀ ਉਹ ਬੰਦੇ ਯਾਨੀ ਕਿ ਉਹ ਜੀ ਇੱਦਾਂ ਬੰਦਿਆਂ ਨੂੰ ਮਾਰਨਾ ਚਾਹੁੰਦੇ ਹੈ। ਇੱਕ ਗੱਲ ਨੂੰ ਮੈਂ ਜੇ ਇਸ ਗੱਲ ਨੂੰ ਮੰਨ ਵੀ ਲਵਾਂ ਵੀ ਜਿਹੜੀ ਕੈਪੀਟਲਿਸਟ ਕੰਟਰੀ ਹੈ, ਸਾਰਾ ਯੂਰਪੀਅਨ ਕੈਪੀਟਲਿਸਟ ਕੰਟਰੀ ਹੈਗਾ, ਵਿੱਚ ਅਮਰੀਕਾ ਵਿੱਚ ਕੈਨੇਡਾ, ਸਾਰੇ ਜਿੰਨੇ ਵੀ ਆਪਾਂ ਯੂਰਪੀਅਨ ਮੁਲਕਾਂ ਵਿੱਚ ਹੈਗੇ ਹਾਂ, ਵੀ ਇਹ ਬੰਦਿਆਂ ਨੂੰ ਮਾਰਨਾ ਚਾਹੁੰਦੇ ਸੀਗੇ। ਵੀ ਕੀ ਕਮਿਊਨਿਸਟ ਵੀ ਮਾਰਨਾ ਚਾਹੁੰਦੇ ਸੀਗੇ? ਰਸ਼ੀਆ ਹੈਗਾ ਕਮਿਊਨਿਸਟ ਕੰਟਰੀ ਆ, ਫਿਰ ਯਾਨੀ ਕਿਹੜਾ ਹੈਗਾ ਚਾਈਨਾ ਰਸ਼ੀਅਨ ਯਾਨੀ ਕਿ ਕਮਿਊਨਿਸਟ ਕੰਟਰੀ ਆ, ਹੋਰ ਵੀ ਕੁਛ ਕਮਿਊਨਿਸਟ ਕੰਟਰੀਜ਼ ਕਿਊਬਾ ਵਗੈਰਾ ਹੈਗੇ ਆ, ਵੀ ਉਹ ਵੀ ਆਪਣੇ ਬੰਦਿਆਂ ਨੂੰ ਮਾਰਨਾ ਚਾਹੁੰਦੇ ਸੀ। ਯਾਨੀ ਕਿ ਇਸ ਕਰਕੇ ਇਸ ਦਲੀਲ ਦੀ ਕੋਈ ਵੀ ਜਿਹੜਾ ਦਲੀਲ ਦਾ ਇਸ ਦਾ ਕੋਈ ਬੇਸ ਨਹੀਂ ਹੈ, ਯਾਨੀ ਕਿ ਬਿਲਕੁਲ ਜਿਹੜਾ ਹੈਗਾ ਬੇਸ ਸਿਰ 'ਤੇ ਬੇਪੈਰ ਯਾਨੀ ਕਿ ਗੱਲਾਂ ਇਹ ਹੈਗੀਆਂ। ਲੋਕਾਂ ਦੀ ਭਲਾਈ ਦੇ ਲਈ ਪੂਰਾ ਯਾਨੀ ਕਿ ਯਤਨ ਯਾਨੀ ਕਿ ਹੋ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕੁਛ ਯਾਨੀ ਕਿਹੜੇ ਸਾਇੰਟਿਸਟ ਇਹਨਾਂ ਮੁਲਕਾਂ ਦੇ ਵੀ ਉਹਨਾਂ ਨੇ ਵੀ ਇਹਦਾ ਯਾਨੀ ਕਿਹੜਾ ਹੈਗਾ ਗਲਤ ਪ੍ਰਚਾਰ ਕੀਤਾ, ਗੋ ਹੈਡ ਨਹੀਂ ਕੀਤੀ। ਹਾਂ ਨਹੀਂ ਰੂਮਰਸ ਫਲਾਈਆਂ, ਰੂਮਰ ਦੀ ਗੱਲ, ਕਿਉਂਕਿ ਰੂਮਰਸ ਜਿਸ ਤਰ੍ਹਾਂ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ, ਈਵਨ ਜਦੋਂ ਚੰਦ 'ਤੇ ਵੀ ਯਾਨੀ ਕਿ ਪਹੁੰਚੇ ਹੈਗੇ ਆ ਨੀਲ ਆਰਮਸਟਰੋਂਗ 'ਤੇ ਯਾਨੀ ਕਿ ਉਹਦੇ 2 ਯਾਨੀ ਕਿ ਜਿਹੜੇ ਸਾਥੀ ਸੀਗੇ ਉਸ ਟਾਈਮ 'ਤੇ 1968 ਦੇ ਵਿੱਚ ਯਾਨੀ ਕਿਹੜਾ ਹੈਗਾ ਉਦੋਂ ਵੀ ਰੂਮਰਸ ਯਾਨੀ ਕਿ ਫੈਲੀਆਂ ਸੀ, ਲੈਣੀ ਚੰਦ 'ਤੇ ਪਹੁੰਚੇ ਨਹੀਂ ਹੈਗੇ ਆਪਣੇ ਬੰਦੇ 'ਤੇ ਖਾਸ ਕਰਕੇ, ਜਿਹੜੇ ਕਿ ਜਿਹੜਾ ਸਾਡਾ ਮਹਿਕਮਾ ਹੈਗਾ ਪਿਆਰੀ ਮਹਿਕਮਾ, ਉਹਨਾਂ ਤੋਂ ਕਿਹਾ ਨਹੀਂ ਜੀ ਐਵੇਂ ਮਾਰਦੇ, ਉਹ ਕਿੱਥੇ ਚੰਦ 'ਤੇ ਪਹੁੰਚ ਸਕਦੇ। ਸੋ ਮੈਂ ਮਹਿਸੂਸ ਕਰਦਾ ਹੈਗਾ ਲੈ ਵੀ ਉਹਨਾਂ ਦਾ ਮਤਲਬ ਸਿਰਫ ਰੌਲਾ ਪਾਉਣਾ ਹੁੰਦਾ, ਲੱਤਾਂ ਖਿੱਚਣੀਆਂ ਹੁੰਦੀਆਂ ਹੈਗੀਆਂ। ਇਹ ਮੈਂ ਤਾਂ ਇਹ ਗੱਲ ਕਹਿ ਰਿਹਾ, ਦਾਅਵੇ ਨਾਲ ਤਾਂ ਗੱਲ ਕਰ ਰਿਹਾ। ਮੇਰੇ ਖਿਆਲ ਲਾਸਟ ਵੀਕ ਦੀ ਗੱਲ ਹੈ, ਰੇਡੀਓ 4 'ਤੇ ਇਹ ਡਿਸਕਸ਼ਨ ਸੀ ਹੋ ਰਹੀ ਰੂਮਰਸ ਬਾਰੇ। ਉਹਨਾਂ ਨੇ ਟੌਪ 'ਤੇ ਸਾਇੰਟਿਸਟ ਅਤੇ ਟੌਪ 'ਤੇ ਯਾਨੀ ਕਿਹੜੇ ਹੈਗੇ ਬੰਦੇ ਪ੍ਰੋਫੈਸਰਸ, ਉਹ ਇਸ ਆਕਸਫੋਰਡ ਯੂਨੀਵਰਸਿਟੀ ਦੇ, ਕੈਂਬਰਿਜ ਦੇ, ਉਹ ਕਹਿੰਦੀ ਉਹਨੇ ਆਹ ਐਗਜ਼ਾਮਪਲ ਦਿੱਤੀਆਂ ਜਿਹੜੀਆਂ ਮੈਂ ਐਗਜ਼ਾਮਪਲ ਦੇ ਰਿਹਾ ਹੈਗਾ। ਕਹਿੰਦੀ ਇਹੋ ਜਿਹਾ ਕੰਮ ਯਾਨੀ ਕਿ ਇਹ ਕਰਦੇ ਰਹਿੰਦੇ ਹੈਗੇ, ਇਹਨਾਂ ਦਾ ਮਕਸਦ ਹੀ ਇਹ ਹੈਗਾ ਲੈ ਵੀ ਕੁਛ ਨਾ ਕੋਈ। ਈਵਨ ਤੁਹਾਨੂੰ ਇਹ ਵੀ ਪਤਾ ਹੋਣਾ ਵੀ ਜਿਹੜਾ ਆਪਣੇ ਬੱਚਿਆਂ ਦੇ ਛੋਟਾ ਟੀਕਾ ਲਾਉਂਦਾ ਕਿ ਨਹੀਂ, ਉਹ ਕੀ ਮੰਪਸ ਦਾ ਅਤੇ ਜਿਹੜਾ ਹੈਗਾ ਤੁਹਾਨੂੰ MMR ਦਾ ਜਿਹੜਾ ਟੀਕਾ ਲਾਉਂਦੇ ਹੈ। ਐਕਸਕਿਊਜ਼ ਮੀ ਕੋਲ ਲੈ ਲਿਆ। ਹਾਂ ਅੱਛਾ ਚਲੋ ਲੈ ਲਓ ਫਿਰ ਗੱਲ। ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਹੈਲੋ ਹਾਂਜੀ ਹੈਲੋ ਜੀ। ਹੈਲੋ ਜੀ, ਮੈਂ ਫਕੀਰ ਸਿੰਘ ਚੌਹਾਨ ਬੋਲਦਾ ਬਰਮਿੰਘਮ ਤੋਂ। ਚੌਹਾਨ ਸਾਹਿਬ ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਅੱਜ ਦੇ ਇਸ਼ੂ ਤੇ? ਦੇਖੋ ਅੱਜ ਬਹੁਤ ਵਧੀਆ ਜਿਹੜਾ ਤੁਸੀਂ ਖਬਰ ਦਿੱਤੀ ਹੈ ਵੀ ਜਦ ਦਾ COVID-19 ਦਾ ਵਾਇਰਸ ਆਇਆ, ਇਹ ਸਾਰੇ ਮੁਲਕਾਂ ਨੇ ਇਹਦੇ ਬਾਰੇ ਧਿਆਨ ਕੀਤਾ ਸੀ, ਪਰ ਖੁਸ਼ੀ ਇਸ ਗੱਲ ਦੀ ਆ ਵੀ ਜਿਨ੍ਹਾਂ ਦੀ ਵਿਗਿਆਨਿਕ ਸੋਚ ਸੀ ਉਹੀ ਕਾਮਯਾਬ ਹੋਏ ਆ। ਬਿਲਕੁਲ ਜਿੱਦਾਂ ਤੁਸੀਂ ਭਾਰਤ ਦਾ ਜ਼ਿਕਰ ਕੀਤਾ, ਜਾਨੀ ਉੱਥੇ ਦੀ ਤਾਂ ਜਿਹੜੀ ਸੱਤਾਧਾਰੀ ਪਾਰਟੀ ਆ ਉਹਨੇ ਆਪਣੇ ਆਪ ਨੂੰ ਜਾਨੀ ਇਸ ਤਰ੍ਹਾਂ ਸਾਬਿਤ ਕਰ ਦਿੱਤਾ ਵੀ ਉਹ ਬਿਮਾਰੀ ਦੇ ਬਾਰੇ ਗੰਭੀਰ ਨਹੀਂ ਸੀ, ਉਹ ਲੋਕਾਂ ਨੂੰ ਵਹਿਮ 'ਚ ਪਾਇਆ। ਪ੍ਰਾਈਮ ਮਿਨਿਸਟਰ ਨੇ ਹੋਰ ਜਿਹੜੇ ਬਾਬੇ ਆ, ਔਰ ਤੁਸੀਂ ਦੇਖੋਗੇ ਰਿਜ਼ਲਟ ਕੀ ਨਿਕਲਿਆ।
ਅੱਜ ਵੀ ਤੁਸੀਂ ਦੇਖੋ ਵੀ ਇੱਕ ਹਫ਼ਤੇ ਦੇ ਵਿੱਚ ਆ ਜਿਹੜਾ ਫੈਸਟੀਵਲ ਸੀਜ਼ਨ ਆ ਉੱਥੇ ਕੀ ਹੋ ਰਿਹਾ। ਦਿੱਲੀ ਦੇ ਵਿੱਚ 2000 ਮਾਸਕ ਜਿਹੜਾ ਨਹੀਂ ਪਾਉਂਦਾ ਫਾਈਨ ਹੈ, ਔਰ ਕੋਰਟਾਂ ਨੂੰ ਵੀ ਦਖਲ ਦੇਣਾ ਪਿਆ ਵੀ ਤੁਸੀਂ ਕੀ ਕਰਦੇ। ਔਰ ਹੋਰ ਤੁਸੀਂ ਦੇਖੋਗੇ ਉਹ ਨਹੀਂ ਜਾਣੀ ਸਾਰਾ ਹੀ ਇਹਨੂੰ ਇੰਨਾ ਵਿਗਾੜ ਲਿਆ, ਔਰ ਜ਼ਿਆਦਾ ਜਾਣੀ ਮਤਲਬ ਕੇਸਿਸ ਹੋ ਰਹੇ। ਪਰ ਇਹ ਤੁਸੀਂ ਦੇਖੋ ਵੀ ਇਹ ਜਿਹੜੀ ਖਬਰ ਹੈ ਇਸ ਵੀਕ ਤੋਂ ਆ ਰਹੀ ਹੈ ਵੀ ਜਿਹੜੀ ਵੈਕਸੀਨ ਦੇ ਬਾਰੇ, ਇਹ ਬਹੁਤ ਚੰਗੀ ਗੱਲ ਹੈ ਔਰ ਉਹ ਫਾਈਨਲ ਸਟੇਜ ਤੇ ਪਹੁੰਚ ਗਿਆ। ਪਰ ਦੂਸਰੀ ਗੱਲ ਆ ਵੀ ਇਹਨੂੰ ਪ੍ਰੋਸੈਸ ਕਰਦੇ ਟਾਈਮ ਲੱਗ ਰਿਹਾ। ਫਿਰ ਦੂਸਰੀ ਇਹ ਹੈਗੀ ਆ ਵੀ ਜਿਹੜੇ ਬੰਦੇ ਬਿਮਾਰ ਆ, ਜਿਹੜੇ ਪਹਿਲਾਂ ਹੀ ਬਿਮਾਰ ਆ, ਜਿਹਨਾਂ ਨੂੰ ਡਾਇਬਟੀਜ਼ ਆ, ਆਸਮਾ ਆ, ਔਰ ਜਿਨ੍ਹਾਂ ਦੀ ਮਤਲਬ ਉਮਰ ਵੀ ਜ਼ਿਆਦਾ ਹੈ, ਜਿਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਆ, ਉਹਨਾਂ ਤੇ ਤਾਂ ਤੁਹਾਨੂੰ ਪਤਾ ਵੀ ਟਾਈਮ ਲੱਗਣਾ ਹੈਗਾ। ਜਿਹੜਾ ਹੈਲਥੀ ਆ ਉਹਨੂੰ ਜ਼ਰੂਰ ਜਾਣੀ ਰਿਕਵਰੀ ਹੋਊਗੀ। ਬਾਕੀ ਇਹ ਬਹੁਤ ਚੰਗੀ ਗੱਲ ਹੈ। ਤੁਸੀਂ ਦੇਖੋ ਵੀ ਜਿੰਨੇ ਸਾਇੰਸਦਾਨ ਦੁਨੀਆ ਦੇ ਆ ਉਹਦੀ ਕੋਆਰਡੀਨੇਸ਼ਨ ਵੀ ਕਾਫੀ ਕੀਤੀ ਹੈ। ਪਰ ਜਿਹੜਾ ਪਿਛਲਾ ਇਤਿਹਾਸ ਵੀ ਦੇਖੋ ਵੀ ਜਿੱਥੇ ਵੀ ਜਦ ਬਿਮਾਰੀ ਕੋਈ ਆਈ ਆ 1665 ਦੇ ਵਿੱਚ ਪਲੇਗ ਦਾ ਸੀਗਾ, ਔਰ ਉਹਦੇ ਨਾਲ ਇੰਨੀ ਦੁਨੀਆ ਮਰੀ ਜਾਣੀ। ਇੱਥੇ ਦੇ ਵੀ ਕਈ ਸ਼ਹਿਰ ਲੰਡਨ ਦੇ ਇਲਾਕੇ ਬਿਲਕੁਲ ਖਾਲੀ ਹੋ ਗਏ, ਔਰ ਦੇਖ ਲਓ ਫਿਰ ਉਦੋਂ ਵੈਕਸੀਨ ਤਿਆਰ ਹੋਈ। ਔਰ ਬਾਅਦ ਦੇ ਵਿੱਚ ਜਿਹੜੀ ਸਮਾਲ ਪੌਕਸ ਸੀ ਤੁਸੀਂ ਦੇਖੋ ਉਹਦੇ ਬਾਰੇ ਵੀ 1796 ਦੇ ਵਿੱਚ ਜਾਣੀ ਵੈਕਸੀਨ ਤਿਆਰ ਹੋਈ। ਔਰ ਦੂਸਰੇ ਪਾਸੇ ਦੇਖੋ ਵੀ ਭਾਰਤ ਦੇ ਵਿੱਚ ਮਾਤਾ ਦੇ ਮੰਦਿਰ ਲੱਗਾ ਬਣਾਉਣ, ਉਹ ਕਹਿੰਦੇ ਵੀ ਮੰਦਿਰ ਬਣਾਓ ਤਾਂ ਮਾਤਾ ਹਟ ਜਾਊਗੀ। ਔਰ ਦੇਖੋ ਕਿੰਨਾ ਵਹਿਮ ਹੈ। ਬਾਅਦ ਦੇ ਵਿੱਚ ਤੁਸੀਂ ਦੇਖੋ ਵੀ 1984 ਦੇ ਵਿੱਚ ਏਡਸ ਜਿਹੜੀ ਆ, ਏਡਸ ਦਾ ਵਾਇਰਸ ਆਇਆ, ਉਹ ਵੀ ਤੁਸੀਂ ਦੇਖੋ ਵੀ ਉਹਦੀ ਦਵਾਈ ਤਿਆਰ ਹੋਈ। ਔਰ ਉਹਦਾ ਵੀ ਭਾਰਤ ਦੇ ਵਿੱਚ ਇੱਕ ਜਗ੍ਹਾ ਮੰਦਿਰ ਉਹਨੇ ਬਣਾਤਾ ਵੀ ਕੋਈ ਮਾਤਾ ਹੈ। ਕਿਉਂਕਿ ਜਿੰਨੀਆਂ ਵੀ ਬਿਮਾਰੀਆਂ ਆ ਇਹਦਾ ਵਿੱਚ ਜਾਣੀ ਇਹ ਵਿਗਿਆਨ ਹੀ, ਇਹ ਵਿਗਿਆਨ ਦੇ ਕੋਲ ਸੋਲੂਸ਼ਨ ਹੈ। ਹੁਣ ਤੁਸੀਂ ਦੇਖੋ ਵੀ ਇਹ ਬਹੁਤ ਚੰਗੀ ਗੱਲ ਆ ਵੀ ਦੇਖੋ ਵੈਕਸੀਨ ਤਿਆਰ ਹੋ ਗਈ ਆ, ਪਰ ਵੱਡੀ ਗੱਲ ਆ ਵੀ ਬਿਮਾਰੀ ਇੰਨੀ ਫੈਲ ਚੁੱਕੀ ਆ ਜਾਨੀ ਵੈਕਸੀਨ ਦੇ ਨਾਲ ਜੋ ਕੁਝ ਆਪ ਕਰਨਾ ਪੈਣਾ ਉਹ ਤਾਂ ਆਪ ਹੀ ਕਰਨਾ ਪੈਣਾ। ਜਿੱਦਾਂ ਉਹ ਦੱਸਦੇ ਆ ਵੀ ਤੁਸੀਂ ਇੱਕ ਦੂਸਰੇ ਤੋਂ ਦੂਰ ਰਹੋ, ਸਫਾਈ ਰੱਖੋ, ਇਕੱਠ ਦੇ ਵਿੱਚ ਨਾ ਜਾਓ, ਮਾਸਕ ਲਾਓ, ਇਹ ਤਾਂ ਆਪ ਹੀ ਲੋਕਾਂ ਨੂੰ ਕਰਨਾ ਪੈਣਾ। ਪਰ ਭਾਰਤ ਦੇ ਲੋਕਾਂ ਨੂੰ ਜ਼ਰੂਰ ਇਹਦੇ ਵਿੱਚ ਸਭ ਸਿੱਖਣਾ ਚਾਹੀਦਾ ਵੀ ਜਿਹੜੇ ਕਹਿੰਦੇ ਸੀ ਵੀ ਪਿਸ਼ਾਬ ਪੀਣ ਨਾਲ ਠੀਕ ਹੋਣੀ, ਫਿਰ ਹੁਣ ਤਾਂ ਹਟ ਜਾਣ, ਕਿਉਂਕਿ ਇੱਦਾਂ ਦੀਆਂ ਗੱਲਾਂ ਕਰਨ ਨੂੰ ਹਟ ਜਾਣਾ ਚਾਹੀਦਾ। ਰਾਮਦੇਵ ਨੇ ਅਰਬਾਂ ਰੁਪਏ ਇਕੱਠੇ ਕਰ ਲਏ, ਔਰ ਜਿੰਨੀਆਂ ਲੋਕਾਂ ਚੀਜ਼ਾਂ ਵੇਚਦਾ ਉਹਦੀ ਪਬਲਿਸਿਟੀ ਬਹੁਤ ਹੁੰਦੀ ਹੈ, ਔਰ ਉਹ ਜਾਨੀ ਸਰਕਾਰ ਦੇ ਬੰਦੇ ਪੈਦਾ ਕੀਤੇ ਹੋਏ ਆ। ਕਿਉਂ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਸਭ ਤੋਂ ਜ਼ਿਆਦਾ ਲੋਕਾਂ ਨੂੰ ਉਹ ਲੁੱਟ ਰਹੀ ਹੈ, ਔਰ ਲੋਕਾਂ ਨੂੰ ਅੰਧ ਵਿਸ਼ਵਾਸ ਪਾ ਰਹੀ ਹੈ। ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਗੋਹਾ ਖਾਣ ਦੀ ਤਾਂ ਪਿਸ਼ਾਬ ਖਾਣ ਦੀ, ਉੱਥੇ ਸ਼ੋਭਾ ਡੇਕ ਲੇਖਾ ਮੁੰਬਈ ਦੇ ਵਿੱਚ ਉਹਦੇ ਘਰ ਬੰਦੇ ਆਏ, ਉਹਨੇ ਕਿਹਾ ਵੀ ਅਸੀਂ ਤੈਨੂੰ ਮਿਲਣਾ। ਉਹਨੇ ਕਿਹਾ ਕੀ ਕਰਨਾ ਤੁਸੀਂ? ਉਹ ਕਹਿੰਦੇ ਵੀ ਜੇ ਆਹ ਅਸੀਂ ਤੈਨੂੰ ਪਲੇਟ 'ਚ ਪਾ ਕੇ ਦਿੰਦੇ ਆ, ਪਿਸ਼ਾਬ ਤਾਂ ਗੋਹਾ, ਜੇ ਤੂੰ ਵਰਤੂਗੀ ਤਾਂ ਜਿਹੜੀ ਡਿਲੀਵਰੀ ਬੱਚੇ ਦੀ ਉਹ ਟਾਈਮ ਤੇ ਹੋਊਗੀ। ਉਹ ਕਹਿੰਦੀ ਮੈਂ ਮੇਰੇ ਘਰੋਂ ਨਿਕਲ ਜਾ। ਉਹਨੇ ਆਰਟੀਕਲ ਲਿਖਿਆ ਇਹਦੇ ਬਾਰੇ। ਦੇਖੋ ਅੱਜ ਦੇ ਜਿਹੜੇ ਵਿਗਿਆਨਿਕ ਯੁੱਗ ਦੇ ਵਿੱਚ ਲੋਕ ਕੀ ਗੱਲਾਂ ਕਰ ਰਹੇ ਆ, ਕਿਉਂਕਿ ਜਿੰਨੀਆਂ ਵੀ ਮਤਲਬ ਇਹ ਬਿਮਾਰੀਆਂ ਇਹਨਾਂ ਦਾ ਇਲਾਜ ਵਿਗਿਆਨਿਕ ਤਰੀਕੇ ਨਾਲ ਹੀ ਹੋਣਾ। ਇਹ ਬਹੁਤ ਵਧੀਆ ਜਿਹੜਾ ਤੁਸੀਂ ਅੱਜ ਜਾਣਕਾਰੀ ਦੇ ਰਹੇ ਹੋ। ਜੈ ਭੀਮ ਜੈ ਭਾਰਤ। ਥੈਂਕ ਯੂ। ਜੈ ਭੀਮ ਜੈ ਭਾਰਤ। ਚੌਹਾਨ ਸਾਹਿਬ ਜੀ, ਫਕੀਰ ਚੰਦ ਚੌਹਾਨ ਜੀ ਤਕਰੀਬਨ ਹਰ ਹਫ਼ਤੇ ਸਾਡੇ ਪ੍ਰੋਗਰਾਮ ਵਿੱਚ ਮਤਲਬ ਤੁਹਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਦੇ ਹਨ ਔਰ ਉਹਨਾਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ। ਚੌਹਾਨ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ। ਹਾਂਜੀ ਡਾਕਟਰ ਸਾਹਿਬ। ਮੈਂ ਯਾਨੀ ਕਿ ਗੱਲ ਇਹ ਕਰ ਰਿਹਾ ਜਿਹੜਾ ਆਪਣੇ ਇੱਥੇ ਬੱਚਿਆਂ ਦੇ MMR ਦਾ ਟੀਕਾ ਵੀ ਲਾਉਂਦੇ ਹੈ, ਉਹਦੇ ਬਾਰੇ ਵੀ ਯਾਨੀ ਕਿ ਕਹਿ ਰਹੇ ਵੀ ਇਹਨਾਂ ਜੀ ਆਟਿਜ਼ਮ ਹੋ ਜਾਂਦਾ ਹੈ। ਉਹ ਇਸ ਚੀਜ਼ ਨੂੰ ਕਹਿੰਦੇ ਆ ਲੈ ਵੀ ਕਿਤੇ ਮਿਲੀਅਨਸ ਵਿੱਚੋਂ ਇੱਕ ਕੇਸ ਕਿਤੇ ਹੋ ਜਾਊਗਾ, ਇਹ ਨਹੀਂ ਲੈ ਵੀ ਸਾਰੇ ਬੱਚਿਆਂ ਨੂੰ ਆਟਿਜ਼ਮ ਹੋ ਜਾਂਦਾ ਹੈਗਾ। ਹੁਣ ਮੇਰੇ ਬੱਚਿਆਂ ਦੇ ਵੀ ਟੀਕੇ ਲੱਗੇ ਸੀ, ਤੁਹਾਡੇ ਬੱਚਿਆਂ ਦੇ ਵੀ ਲੱਗੇ ਹੋਣੇ ਹੈਗੇ ਆ। ਸੋ ਇਸ ਕਰਕੇ ਜਿਹੜੇ ਕੁਝ ਸਾਇੰਟਿਸਟ ਹੈਗੇ ਆ ਉਹ ਲੱਤਾਂ ਖਿੱਚਣ ਦਾ ਇਨਕੇ ਕੰਮ ਕਰਦੇ ਹੈ। ਈਵਨ ਕਾਲ ਆ ਗਈ, ਕੋਈ ਕਾਲ ਵਾਲਾ ਪਹਿਲਾਂ। ਹਾਂਜੀ ਹੈਲੋ ਜੀ, ਕੌਣ ਤੋਂ ਕਿੱਥੋਂ ਬੋਲ? ਸਵਾਗਤ ਹੈ। ਗੱਲਬਾਤ ਗੜਬੜ ਪਾ ਰਿਹਾ। ਨਹੀਂ ਕੋਈ ਨਹੀਂ। ਹਾਂਜੀ ਮਾਨ ਸਾਹਿਬ। ਕੀ ਹਾਲ ਚਾਲ? ਠੀਕ ਠਾਕ? ਹਾਂਜੀ ਬਿਲਕੁਲ ਠੀਕ। ਦੇਖੋ ਜੀ ਜਿਹੜਾ ਬਿਮਾਰੀ ਹੈ ਇਹਦਾ ਬਿਲੀਅਨ ਪਾਉਂਡ ਖਰਚ ਕਰਕੇ ਇਹ ਟੀਕੇ ਦੀ ਇਨਵੈਂਸ਼ਨ ਕੀਤੀ ਹੈ, ਤੇ ਸਾਡੇ ਲੋਕਾਂ ਨੂੰ ਤਾਂ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਕਿ ਮਤਲਬ ਇਹਦਾ ਇਲਾਜ ਬਹੁਤ ਜਲਦੀ ਮਿਲ ਗਿਆ। ਨਹੀਂ ਤਾਂ ਬਾਕੀ ਬਿਮਾਰੀਆਂ ਦੀ ਕਿਤੇ ਨਾ 1918 ਦੇ ਵਿੱਚ ਕਿਤੇ ਨਾ ਸਪੈਨਿਸ਼ ਫਲੂ ਆਇਆ ਸੀਗਾ, ਉਹਦਾ ਟੀਕਾ ਕਿਤੇ 10-15 ਸਾਲ ਬਾਅਦ ਨਿਕਲਿਆ ਸੀ, ਤੇ ਪਤਾ ਨਹੀਂ ਕਿੰਨੇ ਮਿਲੀਅਨ ਲੋਕ ਮਰ ਗਏ ਸੀ ਉਸ ਵੇਲੇ। ਤੇ ਲੇਕਿਨ ਸਾਡੇ ਲੋਕਾਂ ਨੂੰ ਤਾਂ ਅਫਵਾਹ ਫੈਲਾਉਣ ਦਾ ਬਹੁਤ ਚਾਅ ਹੈਗਾ ਆ ਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਇੰਡੀਆ ਦੇ ਵਿੱਚ ਨਾ, ਜਦੋਂ ਭਾਖੜਾ ਡੈਮ ਬਣਿਆ
ਤੇ ਲੋਕਾਂ ਨੇ ਉੱਥੇ ਅਫਵਾਹ ਫੈਲਾਈ ਕਿ ਜਿਹੜਾ ਨਾ ਪਾਣੀ ਦੇ ਵਿੱਚੋਂ ਬਿਜਲੀ ਕੱਢ ਲਈ ਏਦਾਂ ਹੀ ਖੇਤਾਂ ਨੂੰ ਪਾਣੀ ਜਾਣਾ, ਉਹਦੇ ਨਾਲ ਫੋਕਾ ਪਾਣੀ ਆ, ਉਹਦੇ ਨਾਲ ਬਣਨਾ ਕੁਝ ਨਹੀਂ। ਬਿਲਕੁਲ ਮੈਨੂੰ ਚੇਤਾ ਜੀ, ਮੈਨੂੰ ਹਾਂਜੀ, ਚੇਤਾ। ਤੁਹਾਨੂੰ ਯਾਦ ਹੋਣਾ ਹੈ ਕਿ ਅਸੀਂ ਛੋਟੇ ਛੋਟੇ ਹੁੰਦੇ ਸੀ ਵੀ ਇਦਾਂ ਦੀਆਂ ਅਫਵਾਹਾਂ ਜਿਹੜੀ ਨਾ ਇਹ ਸਾਡੇ ਭਾਰਤੀਆਂ ਨੂੰ ਜ਼ਿਆਦਾ ਇਹ ਬਹੁਤ ਚਾਅ ਹੈਗਾ ਆ। ਤੇ ਹੁਣ ਤਾਂ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਗੋਮੂਤਰ ਹੈ ਇਹ 에ਅਰਪੋਰਟ ਤੇ ਰੱਖਣਾ ਚਾਹੀਦਾ, ਤੇ ਮੇਰੇ ਖਿਆਲ ਉਹਨਾਂ ਨੇ ਕਿਹਾ ਕਿ ਫ੍ਰੀ ਇਹ ਲੋਕਾਂ ਨੂੰ ਤੁਸੀਂ ਸਪਲਾਈ ਕਰੋ ਤਾਂ ਕਿ ਕਰੋਨਾ ਜੇ ਉਹ ਅੰਦਰ ਆਉਂਦੇ ਤਾਂ ਬਾਹਰ ਜਾਂਦੇ ਤਾਂ ਕਰੋਨਾ ਨੂੰ ਇਹ ਫਰਕ ਪਾਵੇ। ਤੇ ਇਹ ਜਿਹੜੀ ਚੀਜ਼ ਹੈ ਕਿ ਨਹੀਂ, ਸਾਡੇ ਲੋਕ ਜਿਹੜੇ ਅੰਧ ਵਿਸ਼ਵਾਸ ਨੂੰ ਜ਼ਿਆਦਾ ਮਾਨਤਾ ਦਿੰਦੇ। ਬਾਕੀ ਤਾਂ ਸਾਡੇ ਫਕੀਰ ਚੰਦ ਚੌਹਾਨ ਜੀ ਮਾਤਾ ਵਗੈਰਾ ਉਹ ਸਾਰਿਆਂ ਬਾਰੇ ਬਿਮਾਰੀਆਂ ਬਾਰੇ ਦੱਸ ਹੀ ਗਏ ਆ, ਪਰ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ ਕਿਉਂਕਿ ਇਹ ਜਿਹੜੀ ਸਾਡੇ ਲੋਕ ਹੈ ਨਾ ਇਹਨਾਂ ਨੂੰ ਚਾਹੀਦਾ ਪੜ੍ਹਨਾ, ਔਰ ਜਿਹੜੀ ਇਹਨਾਂ ਦੇ ਇਲਾਜ ਆ ਸਿਰਫ ਸਾਇੰਟਿਫਿਕ ਤਰੀਕੇ ਦੇ ਨਾਲ ਹੀ ਹੋ ਸਕਦੇ ਆ, ਲੇਕਿਨ ਇਹਨਾਂ ਦੇ ਮਾਤਾ ਰਾਣੀਆਂ ਧੂਣੀਆਂ ਦੇਣ ਦੇ ਨਾਲ ਇਹਨਾਂ ਦਾ ਕੁਝ ਨਹੀਂ ਬਣਨਾ। ਤਾਂ ਇਸ ਕਰਕੇ ਸਾਡੇ ਲੋਕਾਂ ਨੂੰ ਅਵੇਅਰਨੈਸ ਚਾਹੀਦੀ ਆ, ਦੂਰ ਰਹਿਣਾ ਚਾਹੀਦਾ। ਆਪਣੇ ਜਿਹੜੇ ਗਵਰਨਮੈਂਟ ਦੇ ਪ੍ਰੀਕਾਸ਼ਨ ਹੈਗੇ ਆ ਨਾ, ਹੱਥ ਧੋਣੇ, ਮੂੰਹ ਢੱਕਣਾ, ਸਾਰਾ ਕੁਝ ਇਹ ਆਪਣੇ ਆਪ ਨੂੰ ਬਚਾਅ ਦੇ ਲਈ ਹੀ ਜ਼ਰੂਰ ਚਾਹੀਦਾ ਹੈ। ਬਾਕੀ ਤੁਹਾਡਾ ਦੇਣ ਦਾ ਟਾਈਮ ਦੇਣ ਦਾ ਬਹੁਤ ਜੈ ਭੀਮ ਜੈ ਭਾਰਤ ਜੀ। ਮਾਨ ਸਾਹਿਬ ਜੀ ਤੁਹਾਡਾ ਬਹੁਤ ਬਹੁਤ। ਡਾਕਟਰ ਸਾਹਿਬ ਆਪਾਂ ਗੱਲ ਥੋੜ੍ਹੀ ਜਿਹੀ ਅੱਗੇ ਤੋਰੀਏ। ਜਿੰਨੀਆਂ ਵੀ ਦਵਾਈਆਂ ਬਣਦੀਆਂ, ਹਾਂਜੀ, ਜਦੋਂ ਕੋਈ ਨਵੀਂ ਦਵਾਈ ਬਣਾਉਂਦੇ ਆ ਸਾਇੰਟਿਸਟ, ਮੈਡੀਕਲ ਐਕਸਪਰਟਸ, ਬਹੁਤ ਵਾਰੀ ਦੇਖਿਆ ਕਰੋ ਬਹੁਤ ਸਾਲ ਲੱਗ ਜਾਂਦੇ ਆ। ਹਾਂਜੀ, ਪਰ ਜਿਹੜਾ ਇਹ ਉਹਨਾਂ ਨੇ ਵੈਕਸੀਨ ਬਣਾਈ ਆ, ਜਿਹੜੀ ਇਹ ਟੀਕਾ ਉਹਨਾਂ ਨੇ ਬਣਾਇਆ, ਇਹ 16 ਅਪ੍ਰੈਲ ਤੋਂ ਇਹ ਸ਼ੁਰੂ ਹੋਇਆ। ਬਿਲਕੁਲ ਬਿਲਕੁਲ 16 ਅਪ੍ਰੈਲ ਨੂੰ ਪਹਿਲੀ, ਐਕਚੁਅਲੀ 16 ਅਪ੍ਰੈਲ ਨੂੰ ਗਵਰਨਮੈਂਟ ਨੇ ਗ੍ਰਾਂਟ ਦਿੱਤੀ ਵੀ ਅਸੀਂ ਇੰਨੇ ਪੈਸਾ ਖਰਚਾ। ਹਾਂਜੀ ਹਾਂਜੀ ਸਾਇੰਟਿਸਟ ਨੂੰ ਗੋ ਹੈਡ ਬਾਅਦ ਦੀ ਗੱਲ। ਬਿਲਕੁਲ। ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਹੈਲੋ ਮੇਰ ਸਾਹਿਬ ਐਂਡ ਡਾਕਟਰ ਸਾਹਿਬ। ਹਾਂਜੀ ਹਾਂਜੀ ਸੁਮਨ ਸਾਹਿਬ ਕੀ ਹਾਲ ਹੈ? ਥੈਂਕ ਯੂ ਸਰ, ਬਹੁਤ ਮਿਹਰਬਾਨੀ। ਆਪਾਂ ਅੱਜ ਵੈਕਸੀਨ ਬਾਰੇ ਤੁਹਾਡੇ ਕੀ ਵਿਚਾਰ ਆ? ਵੈਕਸੀਨ ਬਾਰੇ ਕਿ ਪਹਿਲਾਂ ਤਾਂ ਜਿਹੜਾ ਹੈ ਕਿ ਤੁਸੀਂ ਪਹਿਲਾਂ ਕਿਹਾ ਵੀ ਇਹ ਤੇ ਅਫਵਾਹਾਂ ਰਿਊਮਰਸ ਬਹੁਤ ਚੱਲ ਰਹੀਆਂ ਕਿ ਕੀ ਹੈ ਜਾਂ ਕਿੱਦਾਂ ਇਹਨੂੰ ਟੈਕਲ ਕਰਦਾ। ਹਾਂਜੀ। ਇਹਦੇ ਵਿੱਚ ਜਿਹੜੇ ਬਾਬੇ ਆ ਉਹਨਾਂ ਦੇ ਵਿੱਚ ਆਉਣਾ, ਹਾਂਜੀ, ਉਹ ਜਿਹੜੇ ਕੁੜੀਆਂ ਦੇਣ ਵਾਲੇ ਉਹਨਾਂ ਦੇ ਵਿੱਚ ਆਉਣਾ, ਹੋਰ ਪਤਾ ਨਹੀਂ ਕਿੰਨਾ ਕੁਝ ਜਿਹਨੂੰ ਅਰਦਾਸਾਂ ਹੋਈਆਂ ਸ਼ੁਰੂ ਹੋ ਜਾਣੀਆਂ। ਹਾਂਜੀ। ਕਿੰਨਾ ਕੁ ਲੋਕਾਂ ਨੂੰ ਡਾਇਸ ਕੀਤਾ ਜਾਣਾ ਕਿ ਖਾਸ ਕਰ ਜਿਹੜੇ ਸਾਡੇ ਕਿੱਤੇ ਦੇ ਲੋਕ ਆ ਨਾ, ਅਸੀਂ ਜਿਹੜੇ ਲੋਕ ਆ, ਜਿਹੜੇ ਮੇਰੇ ਵਰਗੇ ਲੋਕ ਆ, ਅਸੀਂ ਵਿੱਚੇ ਮੈਂ ਆ 90% ਦੇ ਅਸੀਂ ਟੋਟਲੀ ਇਗਨੋਰੈਂਟ ਆ। ਕੋਈ ਸਾਨੂੰ ਗਿਆਨ ਨਹੀਂ ਦੁਨੀਆ ਦਾ ਕਿਉਂ ਹੈ ਜਾਂ ਕੀ ਹੈ ਜਾਂ ਹਾਲੇ ਤੱਕ ਵੀ ਅਸੀਂ ਤੁਰੇ ਫਿਰਦੇ ਆ, ਅਰਦਾਸਾਂ ਕਰਾਉਂਦੇ ਆ, ਹੋਰ ਪਤਾ ਨਹੀਂ ਕਿੰਨੇ ਬਾਬਿਆਂ ਨੂੰ ਪੁੱਛਦੇ ਆ। ਸੋ ਇਹ ਸਾਡਾ ਜਿਹੜਾ ਨਾ ਸਿਸਟਮ ਹੈ, ਇਹਦੇ ਵਾਸਤੇ ਤੇ ਬਹੁਤ ਮੁਸ਼ਕਲ ਹੈ। ਦੇਖੋ ਕਿੱਦਾਂ ਹੁੰਦੀ ਆ। ਆਪਾਂ ਨੂੰ ਵੈਕਸੀਨ ਦੀ ਉਹਦਾ ਸਵਾਗਤ ਕਰਨਾ ਚਾਹੀਦਾ ਜਾਂ ਨਹੀਂ? ਬਿਲਕੁਲ ਜੀ, ਵੈਕਸੀਨ ਦੇਖੋ ਇਹਨੇ ਇੱਕ ਆਸ ਬੰਨੀ ਆ। ਹਾਂਜੀ। ਹਰ ਆਦਮੀ ਇਸ ਆਸ ਤੇ ਬੈਠਣ ਲੱਗ ਪਿਆ। ਇਹਦਾ ਆਦਮੀ ਸੋਚਦਾ, ਵਾਚ ਕਰਦਾ, ਦੇਖ ਰਿਹਾ ਕਿ ਕੀ ਆ ਰਿਹਾ ਹੈਗਾ, ਤਾਂ ਤੁਹਾਨੂੰ ਥੋੜ੍ਹਾ ਜਿਹਾ ਹੌਸਲਾ ਮਿਲਦਾ ਕਿ ਲੱਭੇ ਨਹੀਂ, ਕੋਈ ਨਾ ਕੋਈ ਇਲਾਜ ਆ ਰਿਹਾ, ਕੋਈ ਨਾ ਕੋਈ ਇਹਦਾ ਕੋਈ ਹੱਲ ਲੱਭ ਰਿਹਾ ਹੈ। ਇਹਦੇ ਵਿੱਚ ਬਹੁਤ ਇੰਪਰੂਵਮੈਂਟ ਹੋਣੀ ਹੈ। ਬਹੁਤ ਜ਼ਿਆਦਾ ਇਹ ਤੇ ਕਿਨਾ ਮਹੇਸ਼ ਸਾਹਿਬ ਆਪਾਂ ਦੇਖਦੇ ਨਹੀਂ ਕਿ ਇਹਦੇ ਤੇ ਬਹੁਤ ਇੰਟੈਂਸ਼ਨਲੀ ਹਰ ਇੱਕ ਮੁਲਕ ਦੇ ਵਿੱਚ ਇਹਦੀ ਰਿਸਰਚ ਹੋ ਰਹੀ ਹੈ। ਪਰ ਜਿਹੜੀਆਂ ਮਤਲਬ ਜਿੱਦਾਂ ਹੁਣ ਅਮਰੀਕਾ ਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਆਪਣੇ ਮੁਲਕ ਵਿੱਚ ਹੀ ਆਕਸਫੋਰਡ ਯੂਨੀਵਰਸਿਟੀ ਹੋਰ ਕਿੱਦਾਂ ਇਹਦੇ ਬਹੁਤ ਬ੍ਰੇਨ ਤੋਂ ਬ੍ਰੇਨ ਇਹ ਤੇ ਕੰਮ ਕਰ ਰਹੇ, ਉਹ ਬੈਠੇ ਨਹੀਂ ਹੈਗੇ। ਔਰ ਦੂਸਰੀ ਗੱਲ ਠੀਕ ਹੈ, ਇਹ ਵੈਕਸੀਨੇਸ਼ਨ ਨਿਕਲਣਗੀਆਂ, ਆਏਗੀਆਂ ਬਾਹਰ, ਸਮਝ ਲੱਗੀ ਨਾ, ਪਰ ਜਨਤਾ ਇੰਨੀ ਆ ਮੋੜੇ ਜਿਹਨੂੰ ਨੀਡ ਹੈ ਇਹਦੀ, ਉਹਦਾ ਨੰਬਰ ਬਹੁਤ ਹਾਈ ਆ। ਤੁਸੀਂ ਇਹ ਸੋਚ ਇੱਕ ਡਾਕਟਰ ਸਾਹਿਬ ਸੋਚੀ ਵਾਲੀ ਗੱਲ ਆ ਕਿ ਇੱਕ ਚਾਈਨਾ ਦੇ ਡੀਹੈਨ ਸ਼ਹਿਰ ਤੋਂ ਉੱਠ ਕੇ ਇਹ ਸਾਰੀ ਦੁਨੀਆ 'ਚ ਫੈਲ ਗਏ 1-2 ਮਹੀਨਿਆਂ ਦੇ ਵਿੱਚ। ਹਾਂਜੀ ਹਾਂਜੀ। ਅੱਜ ਦੀ ਇਹ ਸਾਰੀ ਦੁਨੀਆ 'ਚ ਇਹਨੂੰ ਕਿੱਦਾਂ ਕੰਟਰੋਲ ਕਰਨਾ? ਅੱਗੇ ਤਾਂ ਸੀ ਕਿ ਜਿਹੜੀਆਂ ਬਿਮਾਰੀਆਂ ਹੁੰਦੀਆਂ ਵੀ ਕੀ ਉਹ ਬਿਮਾਰੀ ਇਹ ਫਲਾਨਾ ਫਲੂ ਆ ਤੇ ਫਲਾਨਾ ਟੈਂਪਰੇਚਰ ਆ ਤੇ ਫਲਾਨਾ ਇਹ ਬੁਖਾਰ ਆ ਉਹ ਉਸ ਇਲਾਕਿਆਂ ਦੇ ਵਿੱਚ ਹੱਦ ਤੱਕ ਕੰਟੇਨ ਰਹੇ ਹੈਗੇ ਆ, ਬਾਹਰ ਨਹੀਂ ਆਏ। ਲੇਕਿਨ ਇਹ ਤਾਂ ਹੁਣ ਐਸੀ ਸਿਚੁਏਸ਼ਨ ਹੈ ਕਿ ਕੋਈ ਮੁਲਕ ਵੀ ਇਹ ਤੋਂ ਬਚਿਆ ਹੀ ਨਹੀਂਗਾ, ਕੋਈ ਵੀ ਨਹੀਂ ਬਚਿਆ ਹੈਗਾ, ਹਰ ਇੱਕ ਮੁਲਕ ਦੇ ਵਿੱਚ ਹੈ। ਔਰ ਇਹਨੂੰ ਮਤਲਬ ਟੈਕਲ ਕਰਨ ਵਾਸਤੇ ਸਾਰੀ ਦੁਨੀਆ ਨੂੰ, ਖਾਸ ਕਰ ਜਿਹੜੀਆਂ ਪਾਵਰਫੁਲ ਕੰਟਰੀਆਂ ਜਿਹਨਾਂ ਕੋਲ ਪੈਸਾ ਹੈਗਾ, ਉਹਨਾਂ ਨੂੰ ਮੁੜੇ ਆਉਣਾ ਪਊਗਾ, ਪੈਸਾ ਖਰਚਣਾ ਪਊਗਾ, ਗਰੀਬ ਮੁਲਕਾਂ ਦੀ ਹੈਲਪ ਕਰਨੀ ਪਊਗੀ, ਉਹਨਾਂ ਨੂੰ ਫ੍ਰੀ ਡੋਜ਼ ਦੇਣਾ ਪਏਗਾ। ਹੁਣ ਪ੍ਰੋਬਲਮ ਤਾਂ ਇਹ ਆ, ਜਿਨ੍ਹਾਂ ਲੋਕਾਂ ਨੇ ਹੈਲਪ ਕਰਨੀ ਆ, ਜਿਹਨਾਂ ਹੁਣ ਜਿਹੜਾ ਕੀ ਉਹਦਾ ਨਾਂ ਹੈਗਾ
उस मुल्क की हालत देखो कि वो आदमी एडा पावरफुल पैसा सब कुछ जिस दुनिया उस वाल देखती है उस आदमी ने सब कुछ ही खराब करता उन्होंने ये नहीं सोचता है कि बई ये गरीब लोग तेरे वाल देखते है थोड़े मुल्क वाल देखते हैं वो इन्नी गैर जिम्मेवारी ना इस वे एक्ट कर रहा मैं यकीन ही नहीं आ रहा कि एडा इरेस्पोंसिबल आदमी एडे बड़े पावरफुल मुल्क का प्रेजिडेंट बनाता गया रब के वास्ते वो चला गया शुक्रिया रब का। दूसरी गल यह है कि मतलब देखो ये डॉक्टर साहब ये ईजी नहीं है ये ना समझो कि बई ये इंजैक्शन जोड़े यकदम शुरू हो गए जो इन्ने लोगों हर बच्चे हर बजुर्ग इंजैक्ट करना और पता नहीं कि मतलब वो किन्ना चिर लाश करना किहो जी टीम किहो जी टीम तैयार की जाएगी किहो जी डिस्ट्रीब्यूशन होगी किहो जी स्टोरेज होएगी किहो जी कॉस्ट होएगी ये सारिया चीज़ा जोड़िया है ये हले बाहर आईया है गरीब जिदा बिहार कहता जी सारे वैक्सीनेशन फ्री किया जाऊगा उन्होंने 20 मिलियन लोग है उसके बाद 20 मिलियन तो भी ऊपर लोग वास्ते 20 करोड़ तो भी उन्होंने लोगों को कितों देंगे कितों पैसा आएगा तुम रोटी देने वास्ते उनको कपड़ा पहन पैसे तो जो एहो जे लोग है फिर ये अपने सुमन साहब ये मैं यही कहूँगा भी जिन्ने भी लोग आ रब के वास्ते अपने बाकी डिफरेंस छड़ के इस बीमारी एजुकेट लोगों को किया जाए समझाया जाए हले भी ये प्रिकॉशन की बहुत जब लड़ पैगी ये डिस्ट्रीब्यूशन की समझना पेगा ये बहुत सारी प्रॉब्लम आती है। थैंक यू वेरी मच सुमन साहब। दूसरी गल है कि हाँ जी सुमन साहब जी बहुत बहुत थैंक यू क्योंकि कॉल होर भी बहुत वेट करती होंगे इस करके कॉल के उपर कॉल हो जाती है फिर कई बार कॉल कट हो जाती है। सुमन साहब थोड़ा बहुत बहुत थैंक यू ये भी साढ़े रैगूलर कॉलर हैं और बहुत वधिया विचार रखने पढ़े लिखे शख्स सन ਜਿਹੜਾ फंडिंग हैगी सरकारों का काम है वो बारे तो आप कुछ नहीं कर सकते सरकारों को पता कितना पैसा चाहिए उन्होंने अपनी गल। अच्छा मैं गल कर रहा सीगा कि इस टीके को बनाने बहुत थोड़ा टाइम लाया विदिन 6 months 4 5 months बहुत तो 7 या 8 महीने ला लो बहुत तो बाद या थोड़ा ला लो अप्रैल तो लग हुण तक भी 7 महीने बनते हैं। बिल्कुल बिल्कुल। हेलो जी स्वागत है कौन तो कितों बोल जी। हेलो नमस्ते मैं सुंदर दादर बोल रहा हूँ फोटो आप अगर रूमर ये 2 बार दूर तुम मार देता साइंटिस्ट है दे डू रिसर्च दे डोंट बिल रिकार्नेशन 50 साल पहला मल्टीपल चॉइस होंगी थी एग्जाम के बैठते हैं they know if and but you write the right answer if you don't you fail I have multiple choice उनका Hancock है and in a 100 million of injection order कर देते हैं what is the population of this country is it 60 million 70 million। हाँ जी मेरे वीर जी जेड़ा वैक्सीन आया बन के ਆਪਾਂ ਨੂੰ ਇਹਦਾ ਸਵਾਗਤ ਕਰਨਾ ਚਾਹੀਦਾ ਜਾਂ ਨਹੀਂ कोई नहीं आया जे इसे रेगुलेटर हैज टू अप्रूव they are not independent or they are bought by the company वो कमे फार्मास्यूटिकल कंपनी ਦੇ ਕਰ ਰਹੇ ਹੈਗੇ ਆ ਤੇ ਸਾਨੂੰ ਸੋਚਣਾ ਚਾਹੀਦਾ ਆਫ ਰੈਗੂਲੇਟਰ ਆਫ ਫਰਮ नहीं मेरे वीर जी मैं ਤੁਹਾਨੂੰ ਇਹ ਪੁੱਛਿਆ ਕਿ ਹੁਣ ਆਪਣਾ ਦਿਮਾਗ ਬਚਣਾ ਚਾਹੀਦਾ ਸਾਨੂੰ ਯਾਰ ਸੋਚੋ ਕਿੱਥੇ ਪਹੁੰਚ ਗਏ ਇਹ ਇੰਜੈਕਸ਼ਨ ਉਹ ਬਣਾ ਪਹਿਲਾਂ ਦਿੱਤਾ ਅਪਰੂਵ ਹੋਏ ਨੇਗਾ ਨਹੀਂ ਇਸ ਵੈਕਸੀਨ ਦਾ ਹਲੇ ਬਹੁਤ ਸਾਰਾ ਕੰਮ ਕਰਨ ਵਾਲਾ ਮੈਂ ਵੀਰ ਜੀ ਮੈਂ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਦਿਓ ਮੈਨੂੰ। ਇੱਕ ਸਾਲ ਦੇ ਵਿੱਚ ਦੇ ਵੈਸੇ 3 trillion pounds ਐਸ ਕੰਟਰੀ in $1 trillion waste कर देता they dump the money civil servants they give it to their friends minister अपने देते ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਥੈਂਕ ਯੂ ਵੈਰੀ ਮਚ ਥੋੜਾ ਕੋਲ ਥੈਂਕ ਯੂ। ਡਾਕਟਰ ਸਾਹਿਬ ਬਹੁਤ ਜਲਦੀ ਇਹ ਵੈਕਸੀਨ ਆਇਆ ਥੋੜੇ ਟਾਈਮ 'ਚ ਤੁਸੀਂ ਇੱਕ ਤਾਂ ਆਪਾਂ ਸਾਰਿਆਂ ਨੂੰ ਸਵਾਗਤ ਕਰਦਾ ਵੈਕਸੀਨ ਦਾ ਦੂਸਰੀ ਗੱਲ ਇਹ ਹੈ ਕਿ ਸਾਨੂੰ ਜਿਹੜੇ ਸਾਇੰਟਿਸਟ ਹੈ ਉਹਨਾਂ ਦਾ ਥੈਂਕ ਯੂ ਕਰਨਾ ਚਾਹੀਦਾ ਸਲੂਟ ਟੂ ਦੈਮ ਸਲੂਟ ਕਰਨਾ ਚਾਹੀਦਾ ਜੰਗਾਤ ਕੰਮ ਕੀਤਾ ਉਹਨਾਂ ਨੇ ਐਕਸੈਪਟ ਕਰਨੀ ਚਾਹੀਦੀ ਉਹਨਾਂ ਦੀ ਜਿਹੜੀ ਐਫਰਟਸ ਹੈਗੀਆਂ ਐਫਰਟਸ ਜਿਹੜੀਆਂ ਪਾਈਆਂ ਬਿਲਕੁਲ ਬਿਲਕੁਲ। ਇਹਦੇ ਬਾਰੇ ਜਿਹੜੀ ਦੂਸਰੀ ਗੱਲ ਮੈਂ ਇਹ ਕਰਨਾ ਚਾਹੁੰਦਾ ਕਿ ਵੀ ਕਿਉਂਕਿ ਤੇ ਟਾਈਮ ਥੋੜਾ ਲੱਗਾ ਤਾਂ ਇਹ ਜਿਹੜੇ ਵੈਕਸੀਨ ਇਹਦੇ ਵਿੱਚ ਕੋਈ ਡਿਫੈਕਟ ਵੀ ਰਹਿ ਸਕਦਾ ਜਾਂ ਕੋਈ ਕਮੀ ਵੀ ਦੇਖੋ ਐਕਸਪੈਰੀਮੈਂਟ ਅਜੇ ਕਰ ਰਹੇ ਹੈਗੇ ਪੂਰੀ ਤਰ੍ਹਾਂ ਕਰ ਰਿਹਾ ਉਹ ਸੈਟੀਸਫਾਈਡ ਯਾਨੀ ਕਿ ਹੋ ਵੀ ਰਹੇ ਹੈਗੇ ਆ ਵੱਖਰੇ ਵੱਖਰੇ ਲੋਕਾਂ 'ਤੇ ਯਾਨੀ ਕਿ ਐਕਸਪੈਰੀਮੈਂਟ ਕਰ ਰਹੇ ਹੈਗੇ ਆ ਵਿੱਚ ਏਸ਼ੀਅਨਸ 'ਤੇ ਵੀ ਵਿੱਚ ਕਾਲਿਆਂ 'ਤੇ ਵੀ ਵਿੱਚ ਗੋਰਿਆਂ 'ਤੇ ਵੀ ਤਾਂ ਕਿ ਯਾਨੀ ਕਿ ਜਸਟ ਟੂ ਫਾਈਂਡ ਆਊਟ ਇਜ਼ ਇਟ ਓਕੇ ਫਾਰ ਐਵਰੀਵਨ।
ਸੋ ਇਹ ਤੇ ਦਿਨ ਰਾਤ ਯਾਨੀ ਕਿ ਉਹਨਾਂ ਨੇ ਕੰਮ ਕੀਤਾ ਹੈਗਾ। ਜੇ ਕੋਈ ਮਾੜੀ ਮੋਟਾ ਫਾਲਟ ਰਿਹਾ ਵੀਗਾ ਦੇ ਵਿਲ ਇੰਪਰੂਵ ਦੈਟ। ਯਾਨੀ ਕਿ ਇਹ ਨਹੀਂ ਹੈ ਰੈਗੂਲੇਟਰੀ ਜਿਹੜੀ ਬੋਡੀ ਹੈਗੀ ਆ ਜਿਹੜੀ ਜਿਹਨਾਂ ਨੂੰ ਰੈਗੂਲੇਟ ਕਰਦੀ ਹੈਗੀ ਆ ਉਹਨਾਂ ਨੇ ਜਦੋਂ ਅਪਰੂਵਲ ਦੇਤੀ ਇਟ ਵਿਲ ਸਟਾਰਟ। ਮੈਨੂੰ ਯਾਨੀ ਕਿ ਅੱਜ ਹੀ ਆਉਣ ਤੋਂ ਪਹਿਲਾਂ ਹੀ ਉਹ NHS ਵਿੱਚ ਯਾਨੀ ਕਾਫੀ ਪੋਜੀਸ਼ਨ ਹੈਗੀ ਉਹਦੀ ਬੰਦੇ ਦੀ, ਉਹਨੇ ਮੈਨੂੰ ਜਿਹੜਾ WhatsApp 'ਤੇ ਭੇਜਿਆ ਉਹ ਕਹਿੰਦਾ ਲੈ ਵੀ ਸਾਨੂੰ ਇੰਸਟਰਕਸ਼ਨਸ ਵੀ ਆ ਗਈਆਂ ਵੀ 1 ਜਿਹੜਾ ਹੈਗਾ ਦਸੰਬਰ ਤੋਂ ਇਹ ਸ਼ੁਰੂ ਹੋ ਜਾਣਾ। ਹਾਂ ਯਾਨੀ ਉਹ ਕਹਿੰਦਾ 1 ਦਸੰਬਰ ਤੋਂ ਉਹਨੇ ਕਿਹਾ। ਯਾਨੀ ਕਿ ਖੈਰ ਮੈਂ ਪੂਰੀ ਯਾਨੀ ਕਿ ਕੁਛ ਥੋੜ੍ਹਾ ਬਹੁਤ ਫਰਕ ਵੀ ਸਕਦਾ। ਮੇਰਾ ਇੱਕ ਡਾਕਟਰ ਦੋਸਤ ਹੈਗਾ ਉਹਨੇ ਵੀ ਇੱਦਾਂ ਮੈਨੂੰ ਕਿਹਾ, ਉਹ ਕਹਿੰਦੇ ਸਾਨੂੰ ਪਿਛਲੇ ਹਫ਼ਤੇ ਦੀ 2-3 ਹਫ਼ਤੇ ਹੋ ਗਿਆ ਸਾਨੂੰ ਇੰਸਟਰਕਸ਼ਨ ਆ ਚੁੱਕੀਆਂ ਅਤੇ ਹੋਪਫੁਲੀ ਉਹ ਕਹਿ ਰਿਹਾ ਸੀਗਾ ਵੀ ਜੂਨ ਤੱਕ ਤਾਂ ਇਹਨਾਂ ਨੇ ਸਾਰਿਆਂ ਨੂੰ ਯਾਨੀ ਕਿ ਜਿਹੜਾ ਹੈਗਾ ਇੱਥੇ ਇੰਜੈਕਸ਼ਨ ਦੇ ਵੀ ਦੇਣਾ ਹੈਗਾ। ਸੋ ਹੋਪ ਫਾਰ ਦੀ ਬੈਸਟ। ਸਾਨੂੰ ਯਾਨੀ ਕਿ ਅਫਵਾਹਾਂ ਤੋਂ ਦੂਰ ਰਹਿਣਾ ਚਾਹੀਦਾ। ਜਿੱਥੋਂ ਜਿਹੜੀ ਗੱਲ ਚੌਹਾਨ ਸਾਹਿਬ ਨੇ ਕੀਤੀ ਸੀ ਜਦੋਂ ਚੇਚਕ ਦਾ ਟੀਕਾ ਨਿਕਲਿਆ ਹੈਗਾ ਸਮੌਲ ਪੌਕਸ ਦਾ। ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ। ਹੈਲੋ ਜੀ ਮਹੇਸ਼ ਸਾਹਿਬ। ਹਾਂਜੀ ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਜੀ? ਡਾਕਟਰ ਸਾਹਿਬ ਆਪ ਦੋਨਾਂ ਨੂੰ ਜੈ ਗੁਰਦੇਵ ਜੀ। ਹਾਂਜੀ ਜੈ ਗੁਰਦੇਵ ਜੀ। ਜੀ ਬਲਬੀਰ ਰਾਏ ਬੋਲਦੇ ਜੀ। ਬਲਬੀਰ ਜੀ ਕੀ ਕਹਿਣਾ ਚਾਹੋਗੇ? ਹਾਂਜੀ ਗੱਲਬਾਤ ਸੁਣੀ ਹੈ ਤੁਹਾਡੀ, ਬਹੁਤ ਅੱਛੀ ਗੱਲਬਾਤ ਚੱਲਦੀ ਹੈ ਜੀ। ਥੈਂਕ ਯੂ। ਔਰ ਚੰਗਾ ਲੱਗਾ ਵੀ ਤੁਸੀਂ ਉਹਦੇ ਉੱਤੇ ਜਿਹੜਾ ਅਪਡੇਟ ਕਰ ਰਹੇ ਹੈਗੇ, ਕਿਉਂਕਿ ਜਿਹੜਾ ਇਹਦੇ ਲਈ ਪੜ੍ਹੇ ਲਿਖੇ ਲੋਕਾਂ ਦੀ ਲੋੜ ਹੈਗੀ ਅਪਡੇਟ ਕਰਨ ਲਈ, ਔਰ ਤੁਹਾਨੂੰ ਉਹ ਸਾਰੀ ਸਮਝ ਹੈਗੀ ਆ। ਤੇ ਬਹੁਤ ਚੰਗੀ ਗੱਲ ਕੀਤੀ ਤੁਸੀਂ ਇਹ ਪ੍ਰੋਗਰਾਮ ਕਰਕੇ। ਥੈਂਕ ਯੂ। ਮਹੇਸ਼ ਸਾਹਿਬ ਗੱਲਬਾਤ ਇਹ ਹੈਗੀ ਆ ਵੀ ਅਸੀਂ ਇਹਦਾ ਸਵਾਗਤ ਕਰਦੇ ਹਾਂ ਵੈਕਸੀਨ ਦਾ। ਹੈਲੋ। ਹਾਂਜੀ ਹਾਂਜੀ ਸੁਣਿਆ ਤੁਹਾਡੀ ਗੱਲ। ਠੀਕ ਹੈ ਜੀ, ਅਸੀਂ ਇਹਦਾ ਮੈਂ ਕਿਹਾ ਜੀ ਸਵਾਗਤ ਕਰਦੇ ਹਾਂ ਵੀ ਦੇਖ ਲਓ ਹੋਰ ਤਾਂ ਕੋਈ ਤਰੀਕਾ ਨਹੀਂ ਅਜੇ ਤੱਕ ਲੱਭਿਆ ਸੀਗਾ ਇਹਨੂੰ ਰੋਕਣ ਦਾ, ਇਸ ਵਾਇਰਸ ਨੂੰ। ਜਾਂ ਤਾਂ ਲਾਕਡਾਊਨ ਸੀਗਾ ਤਾਂ ਜਾਂ ਆਹ ਸੋਲੂਸ਼ਨ ਸੀਗਾ ਵੀ ਜਦੋਂ ਤੱਕ ਵੈਕਸੀਨ ਨਹੀਂ ਲੱਭਦੀ ਉਦੋਂ ਤੱਕ ਲਾਕਡਾਊਨ ਕੀਤਾ ਜਾਵੇ, ਔਰ ਹੋਰ ਸਾਰੇ ਤਰੀਕੇ ਜਿੰਨੇ ਵੀ ਸੀਗੇ ਸਾਰੇ ਫੇਲ ਹੋ ਗਏ। ਤਾਂ ਹੀ ਕਰਕੇ ਜਿਹੜੇ ਆਪਣੇ ਬੋਰੇ ਸਾਹਿਬ ਆ ਉਹਨੇ ਪਿਛਲੇ ਵੀਕੇ ਕਿਹਾ ਸੀ ਵੀ ਇਹ ਤੋਂ ਬਿਨਾਂ ਜਦੋਂ ਲਾਕਡਾਊਨ ਕੀਤਾ ਨਾ, ਇਹ ਤੋਂ ਬਿਨਾਂ ਦੁਬਾਰਾ ਲਾਕਡਾਊਨ ਜਿਹੜਾ ਹੁਣ ਹੋਇਆ ਵੀ ਸਾਡੇ ਕੋਲ ਲਾਕਡਾਊਨ ਤੋਂ ਬਿਨਾਂ ਹੋਰ ਕੋਈ ਚਾਰਾ ਹੈ ਹੀ ਨਹੀਂ ਅਜੇ ਤੱਕ। ਸੋ ਹੁਣ ਨਵੀਆਂ ਗੱਲਾਂ ਨਿਕਲੀਆਂ ਹੈਗੀਆਂ ਕਿ ਵੈਕਸੀਨ ਤਿਆਰ ਹੋ ਗਈ ਹੈਗੀ ਆ, ਔਰ ਕਾਫੀ ਉਹਦੇ ਜਿਹੜੇ ਰਿਜ਼ਲਟ ਅੱਛੇ ਆਏ ਹੈਗੇ ਆ। ਕਾਫੀ ਕੰਪਨੀਆਂ ਤਿਆਰ ਕਰ ਰਹੀਆਂ, ਪਰ ਕਈ ਟਰਾਇਲ ਦੇ ਅੰਡਰ ਆ ਤੇ ਕਈਆਂ ਦੇ ਟਰਾਇਲ ਪਾਸ ਹੋ ਗਏ ਹੈਗੇ। ਔਰ ਇੱਥੇ ਇੰਗਲੈਂਡ ਵਿੱਚ ਵੀ ਆਕਸਫੋਰਡ ਜਿਹੜੀ ਯੂਨੀਵਰਸਿਟੀ ਵੱਲੋਂ ਬਹੁਤ ਅੱਛੀ ਵੈਕਸੀਨ ਆ ਰਹੀ ਹੈਗੀ ਆ, ਉਹਦੇ ਰਿਜ਼ਲਟ ਕਹਿੰਦੇ ਬਹੁਤ ਗੁੱਡ ਆ। ਔਰ ਤਕਰੀਬਨ ਇਹ ਡਾਕਟਰ ਸਾਹਿਬ ਇਹ ਦੱਸਿਆ ਗਿਆ ਵੀ ਜਿਹੜੀ ਫਾਈਜ਼ਰ ਕੰਪਨੀ ਹੈ ਉਹਦੀ ਬੀਟੈਕ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਉਹਦੀ ਵੈਕਸੀਨ ਤਿਆਰ ਕੀਤੀ ਆ। ਹਾਂਜੀ ਤੁਸੀਂ ਵੀ ਦੱਸ ਦਿੱਤਾ, ਸਾਨੂੰ ਵੀ ਪਤਾ ਲੱਗਾ ਇਹਨਾਂ ਗੱਲਾਂ ਦਾ। ਉਹ ਕਾਫੀ ਲੋਕਾਂ ਦੇ ਉੱਤੇ ਤਕਰੀਬਨ 1.5 ਲੱਖ ਲੋਕਾਂ ਦੇ ਉੱਤੇ ਟੈਸਟ ਹੋਏ ਹੈਗੇ। ਬਿਲਕੁਲ ਵੱਖਰੇ ਦੇਸ਼ਾਂ ਵਿੱਚ ਹੋਏ ਹੈ, ਵੱਖਰੇ 7-8 ਦੇਸ਼ਾਂ ਦੇ ਵਿੱਚ ਹੋਏ, ਤਾਂ ਕਿ ਉਹ ਤੁਹਾਨੂੰ ਵੀ ਪਤਾ ਇਸ ਗੱਲ ਦਾ ਵੀ ਵੱਖਰੇ ਰੰਗ ਦੇ ਉੱਤੇ ਕੰਮ ਕਰ ਸਕੇ। ਬਿਲਕੁਲ ਵੱਖਰੀ ਏਜ ਦੇ ਉੱਤੇ ਕੰਮ ਕਰ ਸਕੇ, ਵੱਖਰੇ ਜੀਨ ਦੇ ਉੱਤੇ ਕੰਮ ਕਰ ਸਕੇ। ਇਹ ਤੋਂ ਬਿਨਾਂ ਬਲਬੀਰ ਜੀ ਯਾਨੀ ਕਿ ਜਿਹੜੀ ਗੱਲ ਅਫਵਾਹਾਂ ਦੀ ਅਸੀਂ ਦੋਨਾਂ ਭਰਾਵਾਂ ਨੇ ਕੀਤੀ ਸੀਗੀ ਵੀ ਇਹਨਾਂ ਨੂੰ ਮੂਰਖਾਂ ਨੂੰ ਕੋਈ ਪੁੱਛੇ ਲੈ ਵੀ ਗੌਰਮੈਂਟ ਪਾਗਲ ਆ, ਲੈ ਵੀ ਉਹ ਤੁਹਾਨੂੰ ਫਰਲੋ ਲਈ ਪੈਸੇ ਦੇ ਰਹੇ ਹੈਗੇ ਆ, ਤੁਹਾਡੇ ਬਿਜ਼ਨਸ ਬਚਾਉਣ ਲਈ ਪੈਸੇ ਦੇ ਰਹੇ, ਜੇ ਤੁਸੀਂ ਸੈਲਫ ਇੰਪਲਾਇਡ ਤਾਂ ਵੀ ਤੁਹਾਨੂੰ ਪੈਸੇ ਦੇ ਰਹੇ ਹੈਗੇ ਆ, ਘਰ ਬੈਠਿਆਂ ਨੂੰ ਤੁਹਾਨੂੰ ਪੈਸੇ ਦੇ ਰਹੇ। ਅਸੀਂ ਇੰਨੇ ਚੁਸਤ ਹੈਗੇ ਆ, ਅਸੀਂ ਉਹਨਾਂ ਤੋਂ ਪੈਸੇ ਵੀ ਲੈ ਤੇ ਵਰਕਰਸ ਨੂੰ ਪੈਸੇ ਦਿੱਤੇ ਵੀ ਨਹੀਂ ਤੇ ਆਪਣਾ ਕੰਮ ਵੀ ਕਰੀ ਜਾਂਦੇ ਆ ਬੈਕਡੋਰੇ। ਯਾਨੀ ਕਿ ਸਾਡੀ ਯਾਨੀ ਕਿ ਮੋਰਲਸ ਕਿੱਥੇ ਹੈਗੇ ਆ, ਨੈਤਿਕਤਾ ਸਾਡੀ ਕਿੱਥੇ ਹੈਗੀ ਆ? ਹਾਂਜੀ ਇੱਦਾਂ ਦੀਆਂ ਇਹ ਵੀ ਹੇਰਾ ਫੇਰੀਆਂ ਸਾਰੀਆਂ ਚੱਲ ਰਹੀਆਂ। ਸਾਡਾ ਜਾਣੀ ਨਾ ਜਿਹੜਾ ਇਸ ਵਾਇਰਸ ਨੂੰ ਵਧਾਉਣ ਵਿੱਚ ਸਾਡਾ ਆਪਣਾ ਹੱਥ ਵੀ ਬਹੁਤ ਆ। ਬਿਲਕੁਲ ਅਸੀਂ ਗਲਤੀਆਂ ਵੀ ਬਹੁਤ ਕਰਦੇ ਹੈਗੇ ਆ ਬਲਬੀਰ ਜੀ ਇਸੇ ਕਰਕੇ ਏਸ਼ੀਅਨ ਤੇ ਕਾਲੇ ਲੋਕਾਂ ਦਾ ਰੇਟ ਮਰਨ ਦਾ 2 ਤੋਂ ਲੈ ਕੇ 4 ਗੁਣਾ ਜ਼ਿਆਦਾ ਹੈ। ਹਾਂਜੀ ਅੱਗੇ ਰਿਪੋਰਟਾਂ ਆਈਆਂ ਸੀ, ਤੁਸੀਂ ਵੀ ਦੱਸਿਆ ਸੀ ਪਹਿਲਾਂ। ਹਾਂਜੀ ਸੋ ਅਸੀਂ ਇਹ ਕਹਿੰਦੇ ਵੀ ਇਹ ਜਿਹੜੀ ਵੈਕਸੀਨ ਆ ਇਹਨੂੰ ਦਿਨ ਰਾਤ ਟੈਕ ਕਰਕੇ ਜਿਹੜੇ ਅੱਜ ਕੱਲ੍ਹ ਦੇ ਨਵੇਂ ਜਿਹੜੇ ਸਾਇੰਟਿਸਟ ਆ ਨਾ ਉਹਨਾਂ ਕੋਲੋਂ ਟੈਕਨੀਕ ਇੰਨੀ ਐਡਵਾਂਸ ਹੈਗੀ ਆ ਵੀ ਪਹਿਲਾਂ ਜਿਹੜੀਆਂ ਇੰਨੀਆਂ ਵੈਕਸੀਨ ਤਿਆਰ ਹੋਈਆਂ ਹੈਗੀਆਂ ਨਾ ਉਹਨਾਂ ਦਾ ਆਸਰਾ ਲੈ ਕੇ ਗਾਹਾਂ ਤੇ ਗਾਹਾਂ ਉਹਨਾਂ ਨੂੰ ਕੰਮ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਨਾਲੇ ਇਸ ਤੋਂ ਬਿਨਾਂ ਜਿਹੜੇ ਬੰਦੇ ਜਿਹੜੀ ਮੈਂ ਗੱਲ ਮੇਰੇ ਹਿਸਾਬ ਨਾਲ ਸੀ ਕਰਨ ਲੱਗਾ, ਜਦੋਂ ਸਮੌਲ ਪੌਕਸ ਦਾ ਟੀਕਾ ਨਿਕਲਿਆ ਹੈਗਾ ਚੇਚਕ ਦਾ ਉਦੋਂ ਵੀ ਵਿਰੋਧ ਹੋਇਆ, ਜਦੋਂ ਕੁਨੀਨ ਦਾ ਟੀਕਾ ਨਿਕਲਿਆ ਉਦੋਂ ਵੀ ਵਿਰੋਧ ਹੋਇਆ, ਜਦੋਂ ਪਲੇਗ ਦਾ ਟੀਕਾ ਨਿਕਲਿਆ ਉਦੋਂ ਵੀ ਵਿਰੋਧ ਹੋਇਆ। ਇਹ ਬੰਦੇ ਕਈਆਂ ਦਾ ਮਕਸਦ ਹੀ ਹੁੰਦਾ ਲੈ ਵੀ ਗਲਤ ਅਫਵਾਹ ਫੜਨਾ ਤੇ ਉਹਦਾ ਵਿਰੋਧ ਕਰਨਾ। ਦੇਖੋ ਮਕਸਦ ਤਾਂ ਡਾਕਟਰ ਸਾਹਿਬ ਇਹ ਵੀ ਹੁਣ ਹੈਗਾ ਵੀ ਬਹੁਤ ਸਾਰੀਆਂ ਗੱਲਾਂ ਹੁਣ ਨਿਕਲ ਰਹੀਆਂ। ਵੈਕਸੀਨ ਤਾਂ ਸਾਇੰਟਿਸਟ ਤਿਆਰ ਕਰਦੇ ਰਹੇ, ਕਰ ਦਿੱਤਾ ਉਹਨਾਂ ਨੇ, ਔਰ ਵੱਖਰੇ ਦੇਸ਼ਾਂ ਵਿੱਚ ਤਿਆਰ ਕੀਤੀ ਹੈਗੀ ਆ। ਕਿਸੇ ਨੂੰ ਨਹੀਂ ਭਾਰਤ ਨਹੀਂ ਆਉਣ ਦਿੱਤੀ ਵੀ ਕਿੱਥੇ ਅਸੀਂ ਕੀ ਕਰ ਰਹੇ ਹੈਗੇ। ਹਾਂਜੀ
ਔਰ ਸਾਡੇ ਲੋਕ ਕਹਿੰਦੇ ਵਾਹਿਗੁਰੂ ਨੇ ਮਿਹਰ ਕਰ ਦਿੱਤੀ। ਵਾਹਿਗੁਰੂ ਨੇ ਦੇਖੋ, ਜੇ ਵਾਹਿਗੁਰੂ ਨੇ ਮਿਹਰ ਕਰਤੀ ਤੇ ਫਿਰ ਅਖੰਡ ਪਾਠ ਕਰਾਓ, ਫਿਰ ਤੁਸੀਂ ਦਵਾਈਆਂ ਨਹੀਂ ਇੱਕ ਬਲਵੀਰ ਜੀ, ਜਿਹੜੀ ਮੁੱਠ ਗੋਲੀਆਂ ਦੀ ਸਵੇਰ ਨੂੰ ਖਾਂਦੇ ਆ, ਫਿਰ ਦੁਪਹਿਰ ਨੂੰ, ਫਿਰ ਤਕਲਾਂ ਨੂੰ, ਉਹ ਬੰਦ ਕਰੋ, ਫਿਰ ਜਾਂ ਜਗਰਾਤਾ ਕਰਾ ਲਓ ਜਾਂ ਫਿਰ ਅਖੰਡ ਪਾਠ ਕਰਾ ਲਓ। ਹਾਂਜੀ, ਤੇ ਬਹੁਤ ਅਸੀਂ ਕਹਿੰਦੇ ਵੀ ਅਸੀਂ ਸਵਾਗਤ ਕਰਦੇ ਹਾਂ, ਬਹੁਤ ਚੰਗੀ ਗੱਲ ਹੈ। ਔਰ ਸਾਇੰਸ ਨੇ ਆਪਣੇ ਪੂਰੇ ਜ਼ੋਰ ਸ਼ੋਰ ਦੇ ਨਾਲ ਕੰਮ ਕਰਕੇ ਨਾ ਰਿਜ਼ਲਟ ਕੱਢ ਕੇ ਲਿਆ ਕੇ ਦਿਖਾ ਦਿੱਤੇ ਇੰਨੀ ਜਲਦੀ, ਕਿਉਂਕਿ ਮੈਂ ਲੈਬੋਰਟਰੀਆਂ ਦੇ ਵਿੱਚ ਜਿੱਥੇ ਵੀ ਜਾ ਕੇ ਦੇਖਿਆ ਹੈਗਾ ਬੱਚੇ ਸਾਡੇ ਸਾਇੰਟਿਸਟ ਹੈਗੇ ਆ। ਬਿਲਕੁਲ ਬਿਲਕੁਲ, ਮੈਨੂੰ ਵੀ ਜਾਣ ਦਾ ਮੌਕਾ ਮਿਲ ਜਾਂਦਾ ਵੀ ਮੈਂ ਦੇਖਿਆ ਮੈਂ ਉੱਥੇ ਕੀ ਚੱਲਦਾ ਹੈ। ਹਾਂਜੀ ਹਾਂਜੀ ਹਾਂਜੀ, ਤਾਂ ਕਰਕੇ ਫਿਰ ਮੈਨੂੰ ਹੋਰ ਗੱਲਬਾਤ ਸਾਹਮਣੇ ਆ ਜਾਂਦੀ ਹੈਗੀ ਯਾਰ। ਜੇ ਅਸੀਂ ਉਹਨਾਂ ਥਾਂ ਤੇ ਗਏ ਨਹੀਂ ਜਾਂ ਦੇਖਿਆ ਨਹੀਂ ਹੈਗਾ, ਸਾਨੂੰ ਫਿਰ ਗੱਲ ਉਨੀ ਸਮਝ ਨਹੀਂ ਲੱਗਦੀ, ਪਤਾ ਨਹੀਂ ਲੱਗਦਾ। ਪਹਿਲਾਂ ਨਾ ਇੱਕੋ ਹੀ ਜਿਹੜਾ ਹੈਗਾ ਨਾ ਸੈਂਪਲ ਦਾ ਡਾਇਗਨੋਸ ਹੁੰਦਾ ਸੀ। ਬੜੀ ਮੁਸ਼ਕਲ ਨਾਲ ਉਹਦੇ ਵਿੱਚ ਇੱਕ ਟਿਊਬ ਜਿਹੀ ਨਾਲ ਦਵਾਈ ਪਾਉਂਦੇ ਸੀ, ਹੌਲੀ ਹੌਲੀ ਇੱਕ ਕਰਦੇ ਸੀ ਫਿਰ ਦੂਜਾ ਕਰਦੇ ਸੀ। ਅੱਜ ਮੈਂ ਦੇਖਦਾ ਟੈਲੀਵਿਜ਼ਨ ਦੇ ਥਰੂ ਜਾਂ ਦੇਖਦੇ ਅਸੀਂ ਹਜ਼ਾਰਾਂ ਸ਼ੀਸ਼ੀਆਂ ਨਾ ਤੁਰੀਆਂ ਆਉਂਦੀਆਂ। ਬਿਲਕੁਲ ਬਿਲਕੁਲ, ਔਰ ਉਹਦੇ ਵਿੱਚ ਮਸ਼ੀਨ ਜਿਹੜੀ ਆ ਨਾ ਕੰਮ ਕਰਦੀ, ਉਹ ਹਜ਼ਾਰਾਂ ਹੀ ਸ਼ੀਸ਼ੀਆਂ ਦੇ ਵਿੱਚ ਇੱਕੋ ਵਾਰੀ ਦਵਾਈ ਪਾ ਦਿੰਦੀ ਆ ਔਰ ਇੱਕੋ ਵਾਰੀ ਟੈਸਟ ਹੋ ਜਾਂਦੇ ਉਹਨਾਂ ਦੇ। ਬਲਵੀਰ ਜੀ, ਅਸੀਂ ਤਾਂ ਜਿਹੜੀਆਂ ਡੀਂਗਾਂ ਮਾਰਦੇ ਹਾਂ, ਅਸੀਂ ਤਾਂ ਟਾਇਰ ਵੀ ਨਹੀਂ ਬਣਾ ਸਕੇ। ਉਹ ਗੱਡੇ ਦੇ ਯਾਨੀ ਕਿਹੜੇ ਪਹੀਏ ਹੁੰਦੇ ਸੀਗੇ, ਉਹ ਲੱਕੜ ਦੇ ਹੁੰਦੇ ਸੀਗੇ। ਹਾਂਜੀ ਹਾਂਜੀ, ਹੈ ਗੱਲਾਂ ਇਹ ਮਾਰਦੇ ਫਿਰਦੇ ਨਾ। ਸਾਡੇ ਬੰਦਿਆਂ ਨੇ ਕੋਈ ਕਾਢ ਵੀ ਕੱਢੀ ਹੈ। ਓਕੇ ਬਲਬੀਰ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਮੈਂ ਸਾਹਿਬ ਇਹ ਕਹਿਣਾ ਚਾਹੁੰਦਾ ਵੀ ਇਹ ਦਵਾਈ ਜਿਹੜੀ ਇੱਕ ਵਾਰੀ ਜਦੋਂ ਇਹਨਾਂ ਦੇ ਹੱਥ ਫਾਰਮੂਲਾ ਆ ਜਾਂਦਾ ਨਾ, ਇਹ ਫਿਰ ਕਰੋੜਾਂ ਹੀ ਲੋਕਾਂ ਨੂੰ ਇੱਕੋ ਦਮੇ ਦਵਾਈ ਦੇ ਸਕਦੇ ਹੈ। ਐਬਸੋਲੂਟਲੀ ਐਬਸੋਲੂਟਲੀ, ਕਿਉਂਕਿ ਇਹਨਾਂ ਵਿੱਚ ਉਹ ਮਸ਼ੀਨਰੀ ਵੀ ਉਦਾਂ ਦੀ ਹੈਗੀ ਆ, ਇਹਨਾਂ ਕੋਲ ਫਾਰਮੂਲਾ ਆ ਗਿਆ ਅੜਕੇ ਤਾਂ ਇਹਨਾਂ ਨੇ ਫਟਾਫਟ ਉਹ ਦਵਾਈ ਬਣਾ ਦੇਣੀ। ਇਦਾਂ ਹੀ ਹੈ, ਇਦਾਂ ਹੀ ਹੈ। ਬਣਦੀ ਜਾਂਦੀ ਆ ਤੇ ਲੱਗਦੀ ਜਾਊਗੀ, ਟਾਈਮ ਤਾਂ ਲੱਗੂਗਾ ਪਰ ਹੋ ਜਾਣਾ ਸਾਰਾ ਕੁਝ। ਤੁਹਾਡਾ ਪ੍ਰੋਗਰਾਮ ਕਰਨ ਦਾ ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਆਪਾਂ ਆਪ ਨੂੰ ਮਿਲ ਗਏ 5-6 ਮਿੰਟ ਬਸ, ਸਿਰਫ ਇੱਕ ਮਿੰਟ ਮੈਂ ਗੱਲ ਕਰਨੀ ਹੈ ਕਿ ਦੇਖੋ, ਪੋਲੀਆ ਖਤਮ ਕਰਕੇ ਰੱਖਤਾ, ਚੇਚਕ ਖਤਮ ਕਰਕੇ ਰੱਖਤੀ, ਮਲੇਰੀਆ ਖਤਮ ਕਰਕੇ ਰੱਖਤਾ ਇਹਨਾਂ ਨੇ। ਜਿਹੜੀਆਂ ਸੀਗੀਆਂ ਦਵਾਈਆਂ ਇਹਨਾਂ ਨੇ ਇਹੋ ਜਿਹੀਆਂ ਕੱਢੀਆਂ, ਦੁਨੀਆ ਭਰ ਵਿੱਚ ਗਰੀਬ ਮੁਲਕਾਂ ਨੂੰ ਕਿ ਫ੍ਰੀ ਦਿੱਤੀਆਂ ਵੀ ਤੁਹਾਡਾ ਜਾਂ ਕਿੱਥੇ ਇਲਾਜ ਹੋ ਸਕੇ। ਐਨੀਵੇ ਕਰੋ। ਅੱਛਾ, ਕਿਉਂਕਿ ਆਪਾਂ ਇੱਕ ਜਿਹੜਾ ਪਾਰਟ ਆ ਉਹਨੂੰ ਮਸਟ ਕਵਰ ਕਰਨਾ ਪਊਗਾ ਕਿ ਜਿਹੜੇ ਸਾਈਡ ਇਫੈਕਟ, ਹਾਂਜੀ, ਜਿਹੜੀ ਇਹ ਦਵਾ ਆ ਇਹਦੇ ਵਿੱਚ ਡਿਫੀਕਲਟ ਪਾਰਟ ਜਿਹੜਾ ਹੈਗਾ ਉਹਦੀ ਵੀ ਗੱਲ ਕਰਨੀ ਚਾਹੀਦੀ। ਉਹ ਇਹ ਆ ਕਿ ਵੀ ਇੱਕ ਤਾਂ ਜਿਹੜਾ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਹਾਂ ਉਹ ਕਿਸੇ ਨੂੰ ਪਤਾ ਨਹੀਂ ਹੈ, ਉੱਦਾਂ ਹੀ ਕਰੀ ਜਾਂਦੇ ਆ। ਹਾਂਜੀ ਹਾਂਜੀ, ਇੱਕ ਤਾਂ ਇਹ ਜਿਹੜਾ ਟੀਕਾ ਇਹ 2 ਟਰਮਸ ਲੱਗਣਾ। ਐਬਸੋਲੂਟਲੀ, ਸ਼ਾਇਦ ਮਹੀਨੇ ਕੇ ਬਾਅਦ ਫੇਰ ਲਾਉਣ, ਜਾਨੀ ਕਿ 2 ਵੀਕਾਂ ਬਾਅਦ ਕਹਿੰਦੇ ਆ, 2 ਵੀਕਾਂ ਵੀ ਕਹਿੰਦੇ ਹਾਂ, ਜੇ 3-4 ਹਫ਼ਤੇ। ਇੱਕ ਤਾਂ ਇਹ ਆ। ਦੂਸਰੀ ਗੱਲ ਹੈ ਕਿ ਉਹ ਟੀਕਾ ਜੋ ਥੋੜੇ ਲਾਉਣਾ, ਉਹਦੇ ਨਾਲ ਤੁਹਾਨੂੰ ਫਲੂ ਬਹੁਤ ਜ਼ਿਆਦਾ ਹੋ ਸਕਦਾ ਔਰ ਤੁਹਾਡੇ ਜਿੱਥੇ ਲਾਉਣਾ ਉਹ ਸੁੱਜ ਸਕਦੀ ਹੈ। ਹੋ ਸਕਦਾ ਤੁਸੀਂ 2-4 ਹਫ਼ਤੇ ਕੰਮ ਤੇ ਨਾ ਜਾ ਸਕੋ, ਜਿੱਦਾਂ ਲੋਦਾ ਲਾਉਂਦੇ ਹੁੰਦੇ ਸੀ ਨਿੱਕੇ ਹੁੰਦੇ। ਹਾਂ, ਇੰਡੀਆ 'ਚ ਇਹ ਪੋਸੀਬਿਲਿਟੀ ਹੈ। ਇਹ ਇੱਦਾਂ ਨਹੀਂ ਜ਼ਰੂਰ ਹੋਣੇ, ਇਹ ਹੋ ਸਕਦੇ ਆ। ਹੈਲੋ ਜੀ, ਕੌਣ? ਹੈਲੋ ਜੀ, ਮਹੇਸ਼ ਸਾਹਿਬ, ਤੁਹਾਨੂੰ ਤੇ ਡਾਕਟਰ ਮਲਹੋਤਰਾ ਜੀ ਨੇ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਠੀਕ ਠਾਕ ਆ, ਚੜ੍ਹਦੀ ਕਲਾ, ਦੁਆਵਾਂ ਨੇ ਤੁਹਾਡੀਆਂ। ਤੁਹਾਡਾ ਪ੍ਰੋਗਰਾਮ ਦੇਖ ਰਹੇ ਸੀ ਬੈਠੇ, ਤੇ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਬਿਲਕੁਲ ਪਾਏਦਾਰ ਨੇ। ਤੇ ਮੈਂ ਤਾਂ ਆਇਆ ਤੇ ਮੈਂ ਕਿਹਾ 2 ਮਿੰਟ ਮੈਂ ਵੀ ਸਾਂਝ ਪਾ ਲਾਂ। ਮੈਂ ਗੁਰਦੇਵ ਸਿੰਘ ਭੁਗਲ ਬੋਲ ਰਿਹਾ ਪੀਟਰਬਰਾ ਤੋਂ। ਤੁਹਾਡਾ ਭੁਗਲ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਸ਼ੁਕਰੀਆ ਤੁਹਾਡਾ। ਕੀ ਲੈ ਕੇ ਕੀ ਅੱਜ ਸੁਣਾਓਗੇ? ਜੀ ਮੈਂ ਉਹੀ 1-2 ਮਿੰਟ ਤੁਹਾਡੇ ਲੈਣੇ। ਉਹੀ ਤੇ ਦੇਖੋ, ਆ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਨਾ ਵੀ ਜੇ ਤੁਸੀਂ ਦਵਾਈ ਨਹੀਂ ਤੁਹਾਨੂੰ ਚਾਹੀਦੀ, ਤੁਸੀਂ ਅਰਦਾਸਾਂ ਕਰੋ ਤੇ ਅਖੰਡ ਪਾਠ ਕਰਾਓ ਤੇ ਜੇ ਬਿਲਕੁਲ ਠੀਕ ਹੋਏ। ਕਿਉਂਕਿ ਇਹ ਕਲੀਅਰ ਗੱਲ ਕਰ ਦੇਣੀ ਚਾਹੀਦੀ। ਡਾਕਟਰ ਸਾਹਿਬ ਨੇ ਉੱਥੇ ਗੱਲ ਛੱਡਦੀ, ਮੈਂ ਕਲੀਅਰ ਕਰਨ ਵਾਸਤੇ ਆਇਆ ਵੀ ਜਦੋਂ ਗੁਰੂ ਕਾਲ ਵੇਲੇ ਵੀ ਗੁਰੂ ਨਾਨਕ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਵੇਲੇ ਗੁਰਦੁਆਰਿਆਂ ਦੇ ਵਿੱਚ ਦਵਾਖਾਨੇ ਬਣਾਏ ਗਏ ਸਨ। ਉਹ ਦਵਾਖਾਨੇ ਕਾਹਦੇ ਵਾਸਤੇ ਸਨ? ਕਿ ਕੋਈ ਸਰੀਰ ਦਵਾ ਜਿਹੜੀ ਹੁੰਦੀ ਆ ਉਹ ਸਰੀਰ ਵਾਸਤੇ ਹੁੰਦੀ ਆ। ਜਿਹੜੀ ਦਵਾਈ ਆ ਨਾ ਉਹ ਸਰੀਰ ਵਾਸਤੇ ਹੁੰਦੀ, ਜਿਹੜੀ ਦਵਾ ਹੁੰਦੀ ਆ ਉਹ ਗੁਰੂ ਅੱਗੇ ਹੁੰਦੀ ਆ। ਠੀਕ ਹੈ, ਇਹ ਮਲਹੋਤਰਾ ਸਾਹਿਬ ਨੇ ਬਿਲਕੁਲ ਗੱਲ ਠੀਕ ਕਹੀ ਹੈ। ਜਿਹੜੇ ਹੁਣ ਪਿੱਛੇ ਮੋਦੀ ਪਿੱਛੇ ਵੀ ਤਾਂ ਕਹਿੰਦਾ ਸੀਗਾ ਨਾ, ਮੋਦੀ ਕਹਿੰਦਾ ਤਾਂ ਥਾਲੀਆਂ ਵਜਾਓ, ਤਾਲੀਆਂ ਵਜਾਓ, ਕਦੇ ਕਹਿੰਦਾ ਮੋਮਬੱਤੀਆਂ ਲਾ ਲਓ, ਕਦੇ ਕਹਿੰਦਾ ਦੀਵੇ ਜਗਾ ਲਓ। ਇਹ ਇਦਾਂ ਦੀਆਂ ਗੱਲਾਂ ਬਚਪਨਾਂ ਜਿਹੀਆਂ ਗੱਲਾਂ ਜਿਹੀਆਂ ਉਹ ਚੰਗੀਆਂ ਨਹੀਂ ਲੱਗਦੀਆਂ ਹੈ। ਤੇ ਮੈਂ ਇਹ ਮਹੇਸ਼ ਸਾਹਿਬ ਇਹ ਕਹਿਣਾ ਚਾਹੁੰਦਾ ਵੀ ਦੇਖੋ, ਜਿਹੜੀ ਧਰਮੀ ਚੀਜ਼ ਵਾ ਨਾ, ਜਿਵੇਂ ਅਰਦਾਸ ਆਪਾਂ ਕਹਿੰਦੇ ਆ ਵੀ ਅਰਦਾਸ ਕਰਕੇ ਸਾਰਾ ਕੁਝ, ਅਰਦਾਸ ਦਾ ਆਪਣਾ ਥਾਂ ਆ, ਅਰਦਾਸ ਦਾ ਆਪਣਾ ਥਾਂ ਆ, ਅਖੰਡ ਪਾਠ ਦਾ ਆਪਣਾ ਥਾਂ ਆ, ਸਹਿਜ ਪਾਠ ਦਾ ਆਪਣਾ ਥਾਂ ਆ। ਹੁਣ ਅਰਦਾਸ ਦਾ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ। ਅਰਦਾਸਾਂ ਅਸੀਂ ਰੋਜ਼ ਕਰਦੇ ਆ, ਬਿਲਕੁਲ, ਸਣੇ ਮੇਰੇ ਸਣੇ ਤੁਹਾਡੇ, ਪਰ ਸਾਡੇ ਜਿਹੜੇ ਰੋਗ ਨੇ, ਸਾਡੇ ਦੁੱਖ ਤਕਲੀਫਾਂ ਉਦਾਂ ਹੀ ਨਹੀਂ। ਉਹ ਇਸ ਕਰਕੇ ਉਹ ਅਰਦਾਸ ਨਾਲ ਇਸ ਕਰਕੇ ਨਹੀਂ ਠੀਕ ਹੁੰਦੀਆਂ
ਕਿਉਂਕਿ ਤੁਸੀਂ ਅਰਦਾਸ ਦੇਖੋ, ਮਹਾਰਾਜ ਕਹਿੰਦੇ ਨੇ ਵੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਹ ਨਾ ਇਹ 'ਚ ਗੌਰ ਫਰਮਾਓ ਵੀ ਮਹਾਰਾਜ ਕਹਿੰਦੇ ਨੇ ਵੀ ਬਿਰਥੀ ਅਰਦਾਸ ਨਹੀਂ ਜਾਂਦੀ। ਕਿਹੜੀ ਭਲਾ ਉਹ ਅਰਦਾਸ ਬਿਰਥੀ ਨਹੀਂ ਜਾਂਦੀ ਜਿਹੜੀ ਜਨ ਕਰਕੇ, ਜਨ ਤੇ ਅਸੀਂ ਬਣਦੇ ਹੀ ਨਹੀਂ। ਜਨ ਦਾ ਮਤਲਬ ਹੁੰਦਾ ਆਗਿਆਕਾਰੀ, ਨੌਕਰ ਚਾਕਰ, ਜੋ ਗੁਰੂ ਕਹਦੇ ਉਹ ਕਰਨਾ। ਉਹ ਅਸੀਂ ਕਿੱਥੇ ਕਰਦੇ ਆ? ਮੈਂ ਫੇਰ ਪੜ੍ਹ ਕੇ ਸੁਣਾਉਣਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਿਹੜੀ ਜਨ ਦੀ ਅਰਦਾਸ ਹੁੰਦੀ ਆ, ਜਨ ਬਣ ਕੇ ਅਰਦਾਸ ਹੁੰਦੀ ਆ, ਉਹ ਬਿਰਥੀ ਨਹੀਂ ਜਾਂਦੀ। ਪਰ ਅਸੀਂ ਜਨ ਕਿੰਨੇ ਕੁ ਬਣਦੇ ਆ? ਜਨ ਤੇ ਬਣਦੇ ਹੀ ਨਹੀਂ ਅਸੀਂ। ਠੀਕ ਹੈ ਭੋਗਲ ਸਾਹਿਬ, ਅਸੀਂ ਪ੍ਰੋਗਰਾਮ ਦੇ ਐਂਡ ਵੱਲ ਨੂੰ ਵੱਧ ਰਹੇ ਹਾਂ। ਤੁਹਾਡਾ ਬਹੁਤ ਬਹੁਤ ਥੈਂਕ ਯੂ। ਜੀ ਮੈਂ ਥੋੜਾ ਜਿਹਾ ਕਲੀਅਰ ਕਰਨਾ ਸੀਗਾ। ਬਿਲਕੁਲ ਠੀਕ ਵਾ। ਜਿਹੜੀ ਦਵਾਈਆਂ ਨੇ ਜਿਹੜੇ ਹੁਣ ਆਪਾਂ ਇੱਕ ਭਾਈ ਸਾਹਿਬ ਕਹਿੰਦੇ ਪੈਸਾ ਖਰਚਾ ਜਾਂ ਵੈਕਸੀਨ ਚਾਹੀਦੀ, ਇਹ ਸਰੀਰ ਵਾਸਤੇ ਦਵਾਈਆਂ ਹੁੰਦੀਆਂ ਨੇ। ਸਰਕਾਰ ਦਾ ਪੂਰਾ ਜ਼ੋਰ ਲਗਾਇਆ ਦਵਾਈਆਂ ਬਣਾਉਣ ਮੈਂ ਤੇ ਆਪਣੇ ਮਲੋਤਰਾ ਸਾਹਿਬ ਜਿਹੜੀ ਗੱਲ ਕੀਤੀ ਸੀ ਬਿਲਕੁਲ ਠੀਕ ਵਾ। ਮੈਨੂੰ ਇੱਕਦਮ ਯਾਦ ਆ ਗਿਆ, ਅਸੀਂ ਇਤਿਹਾਸ ਪੜ੍ਹਦੇ ਰਹੇ ਕਿ ਗੁਰਦੁਆਰਿਆਂ ਵਿੱਚ ਵੀ ਗੁਰੂ ਸਾਹਿਬ ਨੇ ਦਵਾਖਾਨੇ ਬਣਾਏ ਸਨ। ਦਵਾਖਾਨਿਆਂ ਦੀ ਲੋੜ ਸੀ ਤਾਈਓ ਬਣਾਏ ਸੀਗੇ ਨਾ। ਭੋਗਲ ਸਾਹਿਬ ਤੁਹਾਡੀ ਕੀ ਨਹੀਂ ਸੀ ਕਰ ਸਕਦੇ। ਭੋਗਲ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਆਪਣੇ ਵਿਚਾਰ ਪੇਸ਼ ਕੀਤੇ। ਧੰਨਵਾਦ ਤੁਹਾਡਾ, ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ ਜਿਹੜੇ ਸਾਈਡ ਇਫੈਕਟ ਦੀ ਗੱਲ ਕਰਦੇ ਸੀ, ਇਹਦੇ ਬਾਰੇ ਥੋੜਾ ਜਿਹਾ ਤੁਸੀਂ ਕੀ ਕਰਦੇ ਹੋ? ਦੇਖੋ ਜਾਣੀ ਕਿ ਜਿਹੜੇ ਸਾਈਡ ਇਫੈਕਟ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਉਹ ਐਕਸਪੈਰੀਮੈਂਟ ਹੀ ਜੇ ਕਰ ਰਹੇ ਹੈਗੇ ਆ, ਪਰ ਉਹਨੂੰ ਇੰਪਰੂਵ ਵੀ ਕਰਨਗੇ। ਈਵਨ ਜਿੱਦਾਂ ਜੇ ਹੁਣ ਪੈਰਾਸੀਟਾਮੋਲ ਵੀ ਖਾਂਦੇ ਆ, ਉਹਦੇ ਵਿੱਚ ਵੀ ਲਿਖਿਆ ਹੁੰਦਾ ਵੀ ਤੁਹਾਨੂੰ ਆਹ ਕੋਈ ਸਾਈਡ ਇਫੈਕਟ ਹੋ ਸਕਦਾ। ਜਾਣੀ ਕਿ ਜਾਂ ਤੁਸੀਂ ਕੋਈ ਹੋਰ ਸਟਰੋਂਗ ਦਵਾਈ ਖਾਂਦੇ ਆ, ਉਹਦੇ ਵਿੱਚ ਵੀ ਜਾਣੀ ਕਿ ਉਹਨਾਂ ਲੀਫਲੇਟ ਦਿੱਤਾ ਹੁੰਦਾ ਵੀ ਆਹ ਜਾਣੀ ਕਿ ਹੋ ਸਕਦਾ। ਪਰ ਇਹਦੇ ਬਾਰੇ ਮੈਂ ਸਰਕਾਰ ਨੇ ਇੱਕ ਜਿਹੜੀ ਸਕੀਮ ਚਲਾਈ ਆ, ਹਾਂ, ਇਨ ਕੇਸ ਕੋਈ ਸਾਈਡ ਇਫੈਕਟ ਹੋਵੇ ਤਾਂ ਜਿਹੜਾ ਉਹਨੇ ਕਿਹਾ ਜਿਹੜੇ ਨਾ ਫਲੂ ਜਾਂ ਬਿਲਕੁਲ ਜਿਹਦਾ ਕਿਉਂਕਿ ਵਾਇਰਸ ਵੀ ਉਹੀ ਕਿਸਮ ਦਾ, ਉਹੀ ਫੈਮਿਲੀ ਟਾਈਪ ਦਾ ਹੈ। ਇਹਨਾਂ ਨੇ ਹੁਣ ਉਹ 50 ਸਾਲ ਦੀ ਏਜ ਵਾਲਿਆਂ ਨੂੰ ਅਲਾਉ ਕਰਤਾ ਫ੍ਰੀ। ਐਬਸੋਲੂਟਲੀ। ਨਾਲ ਇਹ ਤੋਂ ਬਿਨਾਂ ਵੀ ਯਾਰ ਤੁਸੀਂ ਦੇਖੋ, ਮੈਨੂੰ ਲੱਗਦਾ ਹੈਗਾ ਵੀ ਜਿਹੜਾ ਇਹ ਕੋਵਿਡ ਦਾ ਕਿਹੜਾ ਹੁਣ ਜਿਹੜਾ ਵੈਕਸੀਨ ਕੱਢਿਆ ਇਹਨਾਂ ਨੇ ਕਰੋਨਾ ਵਾਇਰਸ ਦਾ, ਇਹ ਇਸ ਮੁਲਕ ਵਿੱਚ ਤਾਂ ਸ਼ਾਇਦ ਸਾਰਿਆਂ ਨੂੰ ਫ੍ਰੀ ਲਾਉਣ। ਇਹ ਸਾਡੇ ਮੁਲਕਾਂ ਵਿੱਚ ਤਾਂ ਚੋਰ ਬਜ਼ਾਰੀ ਹੋ ਸਕਦੀ ਹੈਗੀ, ਜਿਹੜੀ ਕਿ ਚੋਰ ਬਜ਼ਾਰੀ ਹੁੰਦੀ ਹੈ। ਇਵਨ ਟੈਸਟਿੰਗ ਵਿੱਚ ਵੀ ਚੋਰ ਬਜ਼ਾਰੀ ਉੱਥੇ ਹੁੰਦੀ ਹੈ, ਕਈ ਤਰ੍ਹਾਂ ਦਾ ਲੁੱਟ ਕਰਦੇ ਹੈਗੇ ਆ। ਪਰ ਇੱਥੇ ਤਾਂ ਇਸ ਮੁਲਕ ਵਿੱਚ ਤਾਂ ਜੇ ਮੈਂ ਮਹਿਸੂਸ ਇਹ ਕਰਦਾ ਹੈਗਾ ਵੀ ਇਹਨਾਂ ਨੇ ਸਾਰਿਆਂ ਨੂੰ ਫ੍ਰੀ ਜਾਣੀ ਕਿ ਲਾਉਣ। ਕਿੰਨੀ ਜਾਨੀ ਖੁਰਾਕ ਦੇ ਲਈ ਐਬਸੋਲੂਟਲੀ ਜਾਨੀ ਹੱਲੇ ਜਿਹੜਾ ਵੈਕਸੀਨ ਉਹ ਚਾਲੂ ਨਹੀਂ ਹੈ, ਲੇਕਿਨ ਉਹਦੀ ਪ੍ਰੋਟੈਕਸ਼ਨ ਵੀ ਪਹਿਲਾਂ ਕਰ ਲਈ। ਪ੍ਰੋਟੈਕਸ਼ਨ ਤੋਂ ਬਿਨਾਂ ਉਹਨਾਂ ਨੇ, ਜਿੱਦਾਂ ਮੈਂ ਦੱਸਿਆ, ਕਿਉਂਕਿ ਮੇਰੇ ਜੀਪੀ ਨੇ, ਮੇਰੇ ਦੋਸਤ ਜੀਪੀ ਜਿਹੜਾ, ਉਹਨੇ ਮੈਨੂੰ ਦੱਸਿਆ ਕਿ ਨਾ ਸਾਨੂੰ ਇੰਸਟਰਕਸ਼ਨਸ ਆ ਚੁੱਕੀਆਂ ਹੈਗੀਆਂ। ਸੋ ਇਸ ਕਰਕੇ ਸਾਡੇ ਲੋਕਾਂ ਨੂੰ ਬਿਲਕੁਲ ਡਰਨਾ ਨਹੀਂ ਚਾਹੀਦਾ। ਜਿਹੜੇ ਲੋਕ ਵਲਨਰੇਬਲ ਹੈਗੇ ਆ, ਜਿਹੜੇ 80 ਤੋਂ ਉੱਪਰ ਹੈਗੇ, 70 ਤੋਂ ਉੱਪਰ ਹੈਗੇ ਆ, 65 ਜਿੱਦਾਂ ਵੀ ਯਾਨੀ ਕਿ ਉਹਨਾਂ ਦੀ ਕੈਟੇਗਰੀਜ਼ ਆਉਂਦੀਆਂ ਹੈਗੀਆਂ, ਸਾਨੂੰ ਉੱਦਾਂ ਹੀ ਇਹ ਟੀਕਾ ਲਗਾਉਣਾ ਚਾਹੀਦਾ ਜਿਸ ਤਰ੍ਹਾਂ ਫਲੂ ਜੈਬ ਲਵਾਈ ਦਾ। ਦੂਸਰਾ ਜਿਹੜੀ ਆਪਾਂ ਹੋਰ ਪੁਆਇੰਟ ਡਿਸਕਸ ਕਰਨਾ, ਜਿਹੜੀ ਨਾ ਉਹਨੇ ਐਕਸਪੈਰੀਮੈਂਟ ਕੀਤੇ ਆ, ਜਿੱਥੋਂ ਉਹ ਕਹਿੰਦੇ ਆ ਵੀ 90% ਜਾਂ 94.5% ਜਿਹੜੇ ਪ੍ਰੋਟੈਕਟ ਹੋਣਗੇ। ਡਾਟਾ ਨਹੀਂ ਦੇ ਰਹੇ ਕਿਸੇ ਨੂੰ ਉਹ, ਜੇ ਇਹ ਹੋਵੇ ਕਿ ਕਿਹੜੀ ਏਜ ਦੇ ਬੰਦੇ ਸੀ ਜਿਹਨਾਂ ਟੈਸਟ ਕੀਤਾ, ਜਾਂ ਜਿਹਨਾਂ ਨੂੰ ਟੈਸਟ ਕੀਤਾ ਉਹਨਾਂ ਦੀ ਫਿਟਨੈਸ ਕਿੱਦਾਂ ਦੀ ਸੀ, ਕਿ ਉਹ ਪਹਿਲਾਂ ਕੋਈ ਹੋਰ ਦਵਾ ਖਾਂਦੇ ਸੀ। ਹਾਂ, ਪਰ ਅੱਜ ਮੈਂ ਹੁਣ ਸਵੇਰੇ ਜਦੋਂ ਮੈਂ ਇੱਥੇ ਆ ਰਿਹਾ ਸੀ ਨਾ ਪ੍ਰੋਗਰਾਮ 'ਤੇ, ਉਦੋਂ ਮੈਂ ਨਿਊਜ਼ ਸੁਣ ਰਿਹਾ ਸੀਗਾ। ਉਹ ਕਹਿੰਦੇ ਵੀ ਉਹਨਾਂ ਨੇ ਜਿਹੜਾ 80+ ਯਾਨੀ ਜਿਹੜੇ ਲੋਕ ਹੈਗੇ ਆ, ਉਹਨਾਂ 'ਤੇ ਵੀ ਉਹ ਕਾਮਯਾਬ ਹੈਗਾ 95% ਤੱਕ ਯਾਨੀ ਕਿ ਕਾਮਯਾਬ। ਸੋ ਇਸ ਕਰਕੇ ਦੇ ਆਰ ਮੇਕਿੰਗ ਚੇਂਜਿਸ। ਜਿਹੜੇ ਸਾਇੰਟਿਸਟ ਆ ਇੱਥੇ ਤੱਕ ਪਹੁੰਚ ਗਏ ਹੈਗੇ ਆ, ਉਹਨੂੰ ਹੋਰ ਵੀ ਇੰਪਰੂਵ ਕਰਨਗੇ। ਆਪਾਂ ਨੂੰ ਪਤਾ ਲੱਗੇ ਵੀ ਕੋਈ ਵੀ, ਜੇ ਆਪਾਂ ਘਰ ਦਾ ਬੋਇਲਰ ਵੀ ਹੈਗਾ ਫਾਰ ਐਗਜ਼ਾਮਪਲ, ਉਹ ਸਾਲ ਬਾਅਦ ਯਾਨੀ ਕਿ ਇੰਪਰੂਵ ਕੀਤਾ ਹੁੰਦਾ ਉਹਨਾਂ ਨੇ। ਸੋ ਦੇ ਵਿਲ ਮੇਕ ਇੰਪਰੂਵਮੈਂਟ ਜਿੱਥੇ ਵੀ ਉਹਨਾਂ ਨੂੰ ਲੱਗਦਾ ਸਾਈਡ ਇਫੈਕਟ ਦੇ ਹੈਗੇ ਆ। ਸਾਨੂੰ ਜਿਹੜਾ ਐਫਰਟ ਸਾਇੰਟਿਸਟਾਂ ਦੀ ਹੈਗੀ ਆ, ਜਾਂ ਜਿਹੜੀ ਸਰਕਾਰਾਂ ਦਾ ਖਰਚਾ ਆ, ਸਾਨੂੰ ਜਦੋਂ ਕੋਈ ਚੀਜ਼ ਅਗਾਂਹ ਵਧੂ ਆਉਂਦੀ ਆ, ਸਾਨੂੰ ਉਹ 'ਚ ਡਾਊਟ ਦੇਖੋ, ਸਾਡੀ ਜਿਹੜੀ ਸੋਚ ਉਸ ਲੈਵਲ ਦੀ ਨਹੀਂ ਹੁੰਦੀ। ਐਬਸੋਲੂਟਲੀ। ਜਦੋਂ ਮਹਾਤਮਾ ਬੁੱਧ ਨੇ ਕੋਈ ਨਵਾਂ ਯਾਨੀ ਕਿ ਕਨਸੈਪਟ ਲਿਆਂਦਾ, ਲੋਕਾਂ ਨੇ ਵਿਰੋਧ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜਦੋਂ ਤਰਕ ਦੀ ਗੱਲ ਕੀਤੀ, ਲੋਕਾਂ ਨੇ ਵਿਰੋਧ ਕੀਤਾ। ਜਿਹੜਾ ਬੰਦਾ ਵੀ ਨਵੀਂ ਕੋਈ ਗੱਲ ਕਰਦਾ ਹੈਗਾ, ਉਹਦਾ, ਕਿਉਂਕਿ ਲੋਕੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਉਹਨਾਂ ਦਾ ਲੈਵਲ ਨਹੀਂ ਹੁੰਦਾ ਹੈਗਾ ਵੀ ਉਹ ਉਸ ਗੱਲ ਨੂੰ ਸਮਝ ਸਕਣ, ਤੇ ਇਸ ਕਰਕੇ ਵਿਰੋਧ ਕਰਦੇ ਹੈ। ਜਲਦੀ ਖਤਮ ਕਰਦੇ। ਹੈਲੋ ਜੀ, ਕੌਣ ਕਿੱਥੋਂ? ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੋਂ ਬਰਮਿੰਘਮ ਤੋਂ ਬੋਲਦਾ ਮਿਸਟਰ ਸਿੰਘ। ਹਾਂਜੀ ਮਿਸਟਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਬਹੁਤ ਅੱਛਾ ਪ੍ਰੋਗਰਾਮ। ਮੇਰੀ ਰਿਕੁਐਸਟ ਆ ਕਿ ਜਿਹਨਾਂ ਇਹ ਦਵਾਈਆਂ ਦੇ ਸਾਈਡ ਇਫੈਕਟ ਸਾਨੂੰ ਦੱਸਣੇ ਚਾਹੀਦੇ ਆ ਖੁੱਲ੍ਹ ਕੇ, ਇਹਦੀ ਛਾਣਬੀਣ ਕਰਕੇ। ਠੀਕ ਆ। ਕਿਉਂਕਿ ਇਹ ਬੜੀ ਮੁਸ਼ਕਿਲ ਨਾਲ ਬਣਾਈ ਹੋਈ ਦਵਾਈ, ਜਿੱਦਾਂ ਕਿ ਮੈਂ ਦੇਖਿਆ ਪ੍ਰੋਗਰਾਮ। ਹਾਂਜੀ।
ਐਲਵਿੰਗ ਤੇ 90% 95% ਇਫੈਕਟਿਵ ਹੈਗੀਆਂ ਤੇ ਅਸੀਂ ਤਾਂ ਇਹ ਕਿੰਨੇ ਪਰਮਿਸ਼ਨ ਅੱਗੇ ਤੇ ਇਹਨਾਂ ਸਾਇੰਟਿਸਟਾਂ ਨੂੰ ਹੋਰ ਦਿਮਾਗ ਦੇਵੇ ਬਿਲਕੁਲ ਇਹ ਤੋਂ ਬਾਅਦ ਹੋਰ ਅੱਛੀ ਤੋਂ ਅੱਛੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੇਰੇ ਵੀਰ ਜੀ। ਅਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਇਹਦੇ ਬਾਰੇ ਹੋਰ ਪੂਰੀ ਲੈ ਕੇ ਨਾ ਇਨਫੋਰਮੇਸ਼ਨ ਤੁਹਾਨੂੰ ਸਾਈਡ ਇਫੈਕਟ ਦਾ ਦੱਸਾਂਗੇ, ਕਿਹੜੇ ਕਿਹੜੇ ਸਾਈਡ ਇਫੈਕਟਸ ਪੋਸੀਬਿਲਿਟੀ ਹੈਗੀ ਆ ਜਾਂ ਉਹਨਾਂ ਦਾ ਆਊਟਕਮ ਕਿੱਦਾਂ ਕਰਨਾ ਹੈਗਾ। ਇਹ ਤੋਂ ਬਿਨਾਂ ਮਹੇਸ਼ ਸਾਹਿਬ ਜਦੋਂ ਟੀਕਾ ਲਾਉਣ ਜਾਂਦੇ ਈਵਨ ਤੁਹਾਨੂੰ ਡਾਕਟਰ ਉਸ ਟਾਈਮ ਤੇ ਵੀ ਦੱਸਣਗੇ ਉਹ, ਕਿਉਂਕਿ ਪਹਿਲਾਂ ਦੱਸਦੇ ਵੀ ਹੈਗੇ ਆ। ਚਲੋ ਆਪਾਂ ਵੀ ਉੱਤੇ ਨਹੀਂ ਆਪਾਂ ਪ੍ਰੋਗਰਾਮ ਕਰਾਂਗੇ ਤੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈਗਾ ਸਾਡੀ ਲਾਈਫ ਟਾਈਮ ਵਿੱਚ, ਸ਼ਾਇਦ ਮੁੜ ਕੇ ਐਬਸੋਲੂਟਲੀ ਇਦਾਂ ਦੁਆ ਹੋਰ ਕੋਈ ਨਾ ਬਣੇ। ਤੇ ਕਿਉਂਕਿ ਬਿਮਾਰੀ ਵੀ ਇਸ ਲਾਈਫ 'ਚ ਆਈ ਆ, ਉਹਦਾ ਇਲਾਜ ਵੀ ਹੁਣੇ ਲੱਭ ਲਿਆ, ਜਾਨੀ ਇਹ ਬੜੀ ਕਮਾਲ ਦੀ ਗੱਲ ਹੈ। ਇਹਨੂੰ ਕਹਿੰਦੇ ਆ ਸਾਇੰਟਿਸਟ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਅਗਾਂਹ ਸੋਚ ਆ ਉਹ ਬਹੁਤ ਪਾਵਰਫੁਲ ਹੁੰਦੀ ਹੈ। ਤੁਸੀਂ ਗੱਲ ਕਰ ਨਹੀਂ ਗੱਲ ਮੈਂ ਇਹੀ ਸੀ ਕਰਨੀ, ਆਪਣੇ ਟਾਈਮ ਵੀ ਯਾਨੀ ਕਿ ਬਹੁਤ ਰਹਿ ਗਿਆ ਹੈਗਾ। ਇੱਕ ਤਾਂ ਇਹ ਹੈਗਾ ਵੀ ਸਾਨੂੰ ਸਾਇੰਸ 'ਤੇ ਯਾਨੀ ਕਿ 100% ਯਕੀਨ ਕਰਨਾ ਚਾਹੀਦਾ ਵੀ ਸਾਇੰਸ ਹੀ ਯਾਨੀ ਜਿਹੜੀ ਹੈਗੀ ਆ ਉਹ ਹੀ ਇਨਸਾਨੀਅਤ ਦਾ ਭਲਾ ਕਰਦੀ ਹੈ। ਅਤੇ ਜਿਹੜਾ ਨੌਲੇਜ ਹੈਗਾ ਉਹਦਾ ਕੋਈ ਮੁਕਾਬਲਾ ਨਹੀਂ ਹੈ। ਜਿਹੜਾ ਨੌਲੇਜ ਹੈਗਾ ਹੈ ਨਾ ਇਹਨੂੰ ਸਾਨੂੰ ਜਿਸ ਤਰ੍ਹਾਂ ਮੈਂ ਕਹਿੰਦਾ ਨੌਲੇਜ ਦਾ ਕੋਈ ਵੀ ਪਾਰ ਤਾਰਾ ਨਹੀਂ ਹੈ। ਜਿਸ ਤਰ੍ਹਾਂ ਨਿਊਟਨ ਕਹਿੰਦਾ ਸੀਗਾ ਵੀ ਮੈਂ ਤਾਂ ਸਾਗਰ ਕਹਿੰਦਾ ਹੈਗਾ ਨੌਲੇਜ ਦਾ, ਮੈਂ ਤਾਂ ਜੇ ਕਹਿੰਦਾ ਘੁੱਗੇ ਸਿੱਪੀਆਂ ਕਿਹੜਾ ਹੈਗਾ ਚੁੱਕਦਾ ਫਿਰਦਾ। ਸੋ ਇਸ ਕਰਕੇ ਵੀ ਸ਼ੁੱਡ। ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ। ਮੈਂ ਤੁਹਾਡੇ ਵੱਲੋਂ ਵੀ ਡਾਕਟਰ ਸਾਹਿਬ ਥੈਂਕ ਯੂ ਕਰਦਾ, ਕਿਉਂਕਿ ਜਿਹੜਾ ਇਹ ਵੈਕਸੀਨ ਆਈ ਆ ਹਾਲੇ ਇਹਦੇ 'ਚੋਂ ਬਹੁਤ ਕੁਝ ਸਿੱਖਣ ਵਾਲੀਆਂ ਗੱਲਾਂ ਨਿਕਲੀਆਂ, ਜਿੱਦਾਂ ਕਿ ਇਹ ਕਿਹਾ ਜਾਂਦਾ ਕਿ 3 ਤੋਂ 6 ਵੀਕਾਂ ਤੱਕ ਇਹ ਕੋਰਸ ਹੋਣਾ ਠੀਕ ਹੋਣ ਦਾ। ਬਾਕੀ ਤੁਹਾਨੂੰ ਪਤਾ ਜਿਹੜੇ ਐਕਸਪਰਟ ਹੈਗੇ ਉਹਨੇ ਜਿਉਂ ਟਾਈਮ ਲੰਘਦਾ ਜਿਉਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਈਡ ਇਫੈਕਟ ਆ। ਕਈ ਮੈਡੀਸਨ ਪਤਾ ਨਹੀਂ ਕੌਣ ਦੀਆਂ ਬਣੀਆਂ, ਉਹ ਲਿਖਿਆ ਹੁੰਦਾ ਵੀ ਕੋਈ ਸਾਈਡ ਇਫੈਕਟ ਤੁਹਾਨੂੰ ਹੋਵੇ ਡਾਕਟਰ ਨੂੰ ਦੱਸੋ ਜਾਂ ਕੰਪਨੀ ਨੂੰ ਫੋਨ ਕਰ ਦੱਸੋ ਵੀ ਮੇਰਾ ਸਿਰ ਦੁਖਦਾ ਜਾਂ ਮੇਰੇ ਰੈਸ਼ ਹੋ ਗਈ। ਇਹ ਵੀ ਇੱਦਾਂ ਹੀ ਨਵੀਂ ਦਵਾ ਆ, ਇੱਦਾਂ ਬਹੁਤ ਕੁਛ ਹੋਣਾ। ਲੇਕਿਨ ਹੈਵਿੰਗ ਸੈਡ ਦੈਟ ਤੁਹਾਨੂੰ ਜਿਹੜੀ ਪ੍ਰੀਕਾਸ਼ਨਸ ਆ ਉਹ ਬਰਕਰਾਰ ਰੱਖਣੀ ਪਊਗੀ, ਕਿਉਂਕਿ ਹਦਾਇਤ ਆ ਵੀ ਜਿਹੜਾ ਮੂੰਹ ਨੂੰ ਕਵਰ ਕਰਨਾ, ਮਾਸਕ ਲਾਉਣੀ ਆ, ਹੱਥ ਧੋਣੇ ਆ ਅਤੇ ਡਿਸਟੈਂਸ ਰੱਖਣਾ, ਇਹ ਤੋਂ ਸਾਨੂੰ ਛੁਟਕਾਰਾ ਨਹੀਂ ਮਿਲਿਆ। ਅਤੇ ਇਸ ਕਰਕੇ ਇਹਨੂੰ ਆਪਾਂ ਜ਼ਰੂਰ ਕਰਨਾ ਹੈਗਾ। ਬਾਕੀ ਜਦੋਂ ਕੋਈ ਗੱਲ ਤੁਹਾਨੂੰ ਕੋਈ ਅਕਲਮੰਦ ਬੰਦਾ ਕੋਈ ਪੜ੍ਹਿਆ ਲਿਖਿਆ ਕਰਦਾ ਤਾਂ ਉਸ ਗੱਲ ਨੂੰ ਪਹਿਲਾਂ ਗੰਭੀਰ ਤਰ੍ਹਾਂ ਸੋਚ ਲਓ, ਉਹ ਤੋਂ ਹੀ ਪੁੱਛ ਲਓ। ਤੁਹਾਨੂੰ ਇਸ ਕਰਕੇ ਮਨ ਘੱਟ ਗੱਲਾਂ ਕਰਕੇ ਆਪਾਂ ਨਾ ਕਰੀਏ ਤਾਂ ਬਾਕੀ ਆਪਾਂ ਮਿਲਾਂਗੇ ਅਗਲੇ ਪ੍ਰੋਗਰਾਮ 'ਤੇ। ਥੈਂਕ ਯੂ ਕਰਦੇ ਹਾਂ ਟੈਕਨੀਸ਼ੀਅਨ ਦਾ, ਡਾਕਟਰ ਤੁਹਾਡਾ ਵੀ ਥੈਂਕ ਯੂ, ਤੁਹਾਡਾ ਵੀ ਸਰੋਤਿਆਂ ਦਾ। ਮਿਲਾਂਗੇ ਅਗਲੇ ਹਫ਼ਤੇ। ਜੈ ਗੁਰਦੇਵ, ਜੈ ਭੀਮ, ਨਮੋ ਬੁੱਧਾਏ।